जिन्हां विच लोकी उलझे ने मिल के लभणे पैणे ने ना दे हल खुशियां दे दुखां दे ताने बाने तो बनदे ने मसले जीवन दे मसले जीवन दे मसले जीवन दे मसले जीवन दे मैटर्स ऑफ लाइफ। प्रार्थना भवन टीवी देख रहे सारे दर्शकों ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਯਿਸੂ ਮਸੀਹ ਦੀ। ਪਿਆਰੇ ਦਰਸ਼ਕੋ, ਮੈਂ ਹਾਂ ਤੁਹਾਡਾ ਦੋਸਤ ਡੈਨਿਸ ਖੋਖਰ। ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਮਨਪਸੰਦ ਪ੍ਰੋਗਰਾਮ ਜਿਸ ਦਾ ਨਾਮ ਹੈ ਮਸਲੇ ਜੀਵਨ ਦੇ। ਮਸਲੇ ਜੀਵਨ ਦੇ ਇੱਕ ਅਜਿਹਾ ਪ੍ਰੋਗਰਾਮ ਜਿਹੜਾ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਕੰਪਲਿਕੇਸ਼ਨਸ ਪਰੇਸ਼ਾਨੀਆਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਦਾ ਹੈ ਅਤੇ ਉਹਨਾਂ ਦੇ ਹੱਲ ਲੱਭਣ ਦੀ ਅਸੀਂ ਸਾਰੇ ਮਿਲ ਕੇ ਕੋਸ਼ਿਸ਼ ਕਰਦੇ ਹਾਂ। ਪ੍ਰਾਰਥਨਾ ਭਵਨ ਟੀਵੀ ਦਾ ਇਹ ਉਪਰਾਲਾ ਸਾਡੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਦੇ ਰਿਹਾ ਹੈ ਤੇ ਇਹਦੇ ਦੁਆਰਾ ਅਸੀਂ ਬਹੁਤ ਸਾਰੇ ਮਸਲਿਆਂ ਨੂੰ ਇਸ ਮੰਚ ਤੇ ਡਿਸਕਸ ਕਰਦੇ ਹਾਂ ਤੇ ਲੱਭਦੇ ਹਾਂ ਉਹਨਾਂ ਕੰਪਲਿਕੇਟਡ ਮਸਲਿਆਂ ਦੇ ਹੱਲ। ਤੇ ਇਸੇ ਹੀ ਕੜੀ ਦੇ ਵਿੱਚ ਅੱਜ ਅਸੀਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਮਸਲੇ ਜੀਵਨ ਦੇ, ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਡੇ ਇੱਕ ਖਾਸ ਮਸਲੇ ਦੇ ਉੱਤੇ ਜੋ ਕਿ ਸਾਡੇ ਸਮਾਜ ਦੇ ਵਿੱਚ ਇੱਕ ਵੱਡਾ ਰੂਪ ਧਾਰਨ ਕਰ ਚੁੱਕਿਆ ਹੈ। ਇਹ ਮਸਲਾ ਹੈ ਸਾਡੀਆਂ ਭੈਣਾਂ, ਸਾਡੀਆਂ ਲੇਡੀਜ਼ ਦੇ ਜੀਵਨ ਤੇ ਆਧਾਰਿਤ, ਜੋ ਕਿ ਬਹੁਤ ਸਾਰੀਆਂ ਪਰੇਸ਼ਾਨੀਆਂ ਦੇ ਵਿੱਚ ਜੂਝ ਰਹੀਆਂ ਨੇ। ਤੇ ਅੱਜ ਇਸੇ ਹੀ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਪਰੇਸ਼ਾਨੀਆਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ, ਉਹਨਾਂ ਸਮੱਸਿਆਵਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਅਤੇ ਲੱਭਾਂਗੇ ਇਸ ਪਰੇਸ਼ਾਨੀ ਦਾ ਹੱਲ। ਸੋ ਮੇਰੇ ਨਾਲ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ ਸਿਸਟਰ ਰੀਟਾ ਬਰਾੜ ਜੀ ਜੋ ਕਿ ਸਪਿਰਿਚੁਅਲ ਕਾਉਂਸਲਰ ਨੇ, ਅਤੇ ਨਾਲ ਗੀਤੂ ਪੌਲ ਜੀ ਜੋ ਕਿ ਵਿਮਨ ਰਿਪਰੈਜ਼ੈਂਟੇਟਿਵ ਨੇ, ਤੇ ਨਾਲ ਦੀ ਨਾਲ ਰੀਟਾ ਸੁਬਰਾਏ ਜੀ ਜੋ ਕਿ ਵਿਮਨ ਰਿਪਰੈਜ਼ੈਂਟੇਟਿਵ ਨੇ। ਸੋ ਅੱਜ ਮਿਲ ਕੇ ਅਸੀਂ ਗੱਲਬਾਤ ਕਰਾਂਗੇ ਇਸ ਖਾਸ ਮਸਲੇ ਦੇ ਉੱਤੇ। ਸੋ ਚੱਲਦੇ ਹਾਂ ਗੱਲਬਾਤ ਕਰਨ ਲਈ। ਸੋ ਪਿਆਰੇ ਦਰਸ਼ਕੋ, ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਤੁਹਾਨੂੰ ਸਾਰਿਆਂ ਨੂੰ ਰੂਬਰੂ ਕਰਾਉਣ ਜਾ ਰਹੇ ਹਾਂ ਸਾਡੀਆਂ ਸਿਸਟਰ ਸਾਹਿਬਾਨ ਜੋ ਚੱਲ ਕੇ ਸਾਡੇ ਕੋਲ ਆਏ, ਸਾਡੇ ਗੈਸਟ। ਸਭ ਤੋਂ ਪਹਿਲਾਂ ਮੈਂ ਤੁਹਾਡਾ ਤਾਰੂਫ ਕਰਾਵਾਂਗਾ ਸਿਸਟਰ ਰੀਟਾ ਬਰਾੜ ਜੀ ਜੋ ਕਿ ਸਪਿਰਿਚੁਅਲ ਕਾਉਂਸਲਰ ਨੇ ਤੇ ਮੋਟੀਵੇਸ਼ਨਲ ਟਾਕਰ ਨੇ ਤੇ ਲੇ ਪ੍ਰੀਚਰ ਨੇ, ਔਰ ਬਹੁਤ ਸਾਰਾ ਸਮਾਂ ਹੈ ਉਹ ਕੱਢ ਕੇ ਸਮਾਜ ਦੀ ਸੇਵਾ ਦੇ ਵਿੱਚ ਲੱਗੇ ਨੇ। ਤੇ ਨਾਲ ਦੀ ਨਾਲ ਮੇਰੇ ਨਾਲ ਬੈਠੇ ਨੇ ਸਿਸਟਰ ਰੀਟਾ ਸੁਬਰਾਏ ਜੀ ਜੋ ਕਿ ਵਿਮਨ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਅੱਜ ਸਾਡੇ ਵਿੱਚ ਨੇ, ਤੇ ਗੀਤੂ ਪੌਲ ਜੀ ਵਿਮਨ ਰਿਪਰੈਜ਼ੈਂਟੇਟਿਵ ਦੇ ਤੌਰ ਤੇ ਅੱਜ ਸਾਡੇ ਵਿੱਚ ਹਾਜ਼ਰ ਹੋਏ ਨੇ। ਆਪਾਂ ਇਸ ਖਾਸ ਮਕਸਦ ਲਈ ਬੈਠੇ ਹਾਂ, ਜਿਸ ਤਰ੍ਹਾਂ ਕਿ ਮੈਂ ਆਲਰੇਡੀ ਦੱਸ ਚੁੱਕਾ ਕਿ ਅਸੀਂ ਅੱਜ ਆਪਣੀਆਂ ਭੈਣਾਂ, ਸਾਡੀਆਂ ਜੋ ਮਹਿਲਾਵਾਂ ਨੇ, ਉਹਨਾਂ ਦੀਆਂ ਸਮੱਸਿਆਵਾਂ ਦੇ ਬਾਰੇ ਡਿਸਕਸ਼ਨ ਕਰਨ ਬੈਠੇ ਹਾਂ। ਤੇ ਉਮੀਦ ਹੈ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਵੇਗਾ, ਔਰ ਇਸ ਪ੍ਰੋਗਰਾਮ ਤੋਂ ਬਹੁਤ ਸਾਰੀਆਂ ਲਾਭ ਜੋ ਹੈ ਉਹ ਅਸੀਂ ਸਾਡਾ ਸਮਾਜ ਉਹ ਸਾਡੀਆਂ ਭੈਣਾਂ ਹਾਸਲ ਕਰ ਸਕਦੀਆਂ ਨੇ। ਸੋ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਿਸਟਰ ਜੀ ਤੁਹਾਡਾ ਤਿੰਨਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਲਈ ਆਏ, ਔਰ ਖਾਸ ਕਰਕੇ ਸਾਡੀਆਂ ਭੈਣਾਂ ਨੂੰ ਕੁਝ ਅੱਛੇ ਟਿਪਸ ਦੇਣ ਦੇ ਲਈ ਇੱਥੇ ਹਾਜ਼ਰ ਹੋ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਤੇ ਸਭ ਤੋਂ ਪਹਿਲਾ ਸਵਾਲ ਹੈ ਕਿ ਜਿਸ ਤਰ੍ਹਾਂ ਆਪਾਂ ਜਾਣਦੇ ਹੀ ਹਾਂ ਕਿ ਸਾਡੇ ਅੱਜ ਦੇ ਸਮਾਜ ਦੇ ਵਿੱਚ ਜੋ ਕਿ ਤਰੱਕੀ ਵੱਲ ਨੂੰ ਜਾ ਰਿਹਾ, ਹਰ ਖੇਤਰ 'ਚ ਅਸੀਂ ਤਰੱਕੀ ਕਰ ਰਹੇ ਹਾਂ, ਲੇਕਿਨ ਇੱਕ ਇਹੋ ਜਿਹਾ ਖੇਤਰ ਹੈ ਜਿਹਦੇ ਵਿੱਚ ਅਸੀਂ ਹਾਲੇ ਤੱਕ ਵੀ ਉਨਾ ਕਾਮਯਾਬ ਨਹੀਂ ਹੋ ਪਾਏ ਜਿੰਨਾ ਸਾਨੂੰ ਹੋਣਾ ਚਾਹੀਦਾ ਹੈ। ਕਿਉਂਕਿ ਹਰ ਕੰਮ ਦੇ ਵਿੱਚ ਮਹਿਲਾਵਾਂ ਜੋ ਹੈ ਉਹ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ, ਚਾਹੇ ਕਿਸੇ ਵੀ ਫੀਲਡ ਦੇ ਵਿੱਚ ਜਾਈਏ, ਮਹਿਲਾਵਾਂ ਜੋ ਹੈ ਉਹ ਆਪਣਾ 100% ਦੇ ਰਹੀਆਂ। ਔਰ ਮੈਂ ਤਾਂ ਇਸ ਗੱਲ ਦੀ ਵੀ ਮੈਂ ਜ਼ਰੂਰ ਇਹ ਗੱਲ ਕਰਾਂਗਾ ਕਿ ਲੜਕਿਆਂ ਨਾਲੋਂ ਜ਼ਿਆਦਾ ਲੜਕੀਆਂ ਜੋ ਅੱਜ ਕੱਲ੍ਹ ਮਾਰਕਸ ਲੈ ਕੇ ਆ ਰਹੀਆਂ, ਸਪੋਰਟਸ ਦੇ ਵਿੱਚ ਸਭ ਤੋਂ ਅੱਗੇ ਜਾ ਰਹੀਆਂ। ਹਰ ਖੇਤਰ ਦੇ ਵਿੱਚ ਅਸੀਂ IT ਖੇਤਰ ਹੈ ਜਾਂ ਕੋਈ ਵੀ ਖੇਤਰ ਹੈ, ਚਾਹੇ ਤੁਸੀਂ ਡਿਫੈਂਸ ਫੋਰਸਿਸ ਦੇ ਵਿੱਚ ਵੀ ਦੇਖ ਲਓ, ਹਰ ਜਗ੍ਹਾ 'ਤੇ ਸਾਡੀਆਂ ਜੋ ਵਿਮਨਸ ਹੈ, ਜੋ ਸਾਡੀਆਂ ਭੈਣਾਂ ਹੈ, ਉਹ ਆਪਣੇ ਆਪ ਨੂੰ ਸਾਬਿਤ ਕਰ ਰਹੀਆਂ ਨੇ। ਲੇਕਿਨ ਫਿਰ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਵੀ ਸਾਡੀਆਂ ਭੈਣਾਂ ਜੋ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਵੀ ਸਾਹਮਣਾ ਲਗਾਤਾਰ ਕਰਦੀਆਂ ਆ ਰਹੀਆਂ, ਚਾਹੇ ਅਸੀਂ ਜਿੰਨੀ ਮਰਜ਼ੀ ਤਰੱਕੀ ਕਰ ਚੁੱਕੇ ਹਾਂ। ਤੇ ਕੁਝ ਇਹੋ ਜਿਹੀਆਂ ਸਮੱਸਿਆਵਾਂ ਦੇ ਬਾਰੇ ਆਪਾਂ ਗੱਲ ਕਰਾਂਗੇ ਜੋ ਖਾਸ ਸਮੱਸਿਆਵਾਂ ਜੋ ਆਮ ਘਰਾਂ ਦੇ ਵਿੱਚ। ਸੋ ਮੇਰਾ ਪਹਿਲਾ ਸਵਾਲ ਰੀਟਾ ਬਰਾੜ ਦੇ ਲਈ ਹੈ। ਸਿਸਟਰ ਰੀਟਾ ਬਰਾੜ ਜੀ, ਤੁਸੀਂ ਦੱਸੋ ਕਿ ਸਾਡੇ ਅਜੋਕੇ ਸਮਾਜ ਦੇ ਵਿੱਚ ਮਹਿਲਾਵਾਂ ਨੂੰ ਕੀ ਕੀ ਸਮੱਸਿਆਵਾਂ ਪੇਸ਼ ਆ ਰਹੀਆਂ ਨੇ, ਉਹ ਚਾਹੇ ਘਰ ਹੋਣ ਜਾਂ ਕਿਤੇ ਹਾਂਜੀ ਦੇਖਿਆ ਜਾਵੇ ਤੇ ਜਿਵੇਂ ਤੁਸੀਂ ਬੋਲਿਆ ਹੀ ਹੈ
ਡਿਟੇਲ ਦੇ ਵਿੱਚ ਕਿ ਅੱਜ ਮਹਿਲਾਵਾਂ ਹਰ ਫੀਲਡ ਦੇ ਵਿੱਚ ਅੱਗੇ ਵੱਧ ਰਹੀਆਂ ਪਈਆਂ। ਕ੍ਰਿਸਚੀਅਨ ਮਹਿਲਾਵਾਂ ਵੀ, ਈਸਾਈ ਸਮਾਜ ਵੀ ਪਿੱਛੇ ਨਹੀਂ ਹੈ, ਪੜ੍ਹਿਆ ਲਿਖਿਆ ਸਮਾਜ ਹੈ, ਔਰਤਾਂ ਵੀ ਬੱਚੀਆਂ ਪੜ੍ਹੀਆਂ ਲਿਖੀਆਂ ਹਰ ਫੀਲਡ ਵਿੱਚ ਅੱਗੇ ਜਾ ਰਹੀਆਂ। ਲੇਕਿਨ ਇਹਦੇ ਬਾਵਜੂਦ ਵੀ ਅਜੋਕੇ ਸਮਾਜ ਵਿੱਚ ਮੁਸ਼ਕਿਲਾਂ ਅਜੇ ਵੀ ਬਾਕੀ ਨੇ, ਚੈਲੰਜ ਲੜਕੀਆਂ ਲਈ, ਔਰਤਾਂ ਲਈ ਅਜੇ ਵੀ ਬਹੁਤ ਬਾਕੀ ਨੇ। ਸਭ ਤੋਂ ਜ਼ਿਆਦਾ ਜੇ ਦੇਖਿਆ ਜਾਵੇ ਮਹਿਲਾਵਾਂ ਨੂੰ ਤੇ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਜਾ ਕੇ, ਜਿਵੇਂ ਜੇ ਇੰਡੀਪੈਂਡੈਂਟ ਨਹੀਂ ਆ, ਮਤਲਬ ਆਪਣੀ ਕਮਾਈ ਕਰਦੀਆਂ ਨਹੀਂ ਆ, ਆਰਥਿਕ ਤੌਰ ਤੇ ਜਦੋਂ ਇੰਡੀਪੈਂਡੈਂਟ ਨਹੀਂ ਆ ਤੇ ਦੇਖਿਆ ਜਾਂਦਾ ਕਿ ਉਹਨਾਂ ਨੂੰ ਕਈ ਵਾਰੀ ਮੁਸ਼ਕਲਾਂ ਆਉਂਦੀਆਂ। ਠੀਕ ਹੈ ਜੀ। ਸੋ ਇੰਡੀਪੈਂਡੈਂਸ ਨਾ ਹੋਣਾ, ਆਰਥਿਕ ਇੰਡੀਪੈਂਡੈਂਸ ਨਾ ਹੋਣਾ ਆਰਥਿਕ ਤੌਰ ਤੇ, ਫਿਰ ਜ਼ਿਆਦਾ ਪੜ੍ਹਿਆ ਲਿਖਿਆ ਨਾ ਹੋਣਾ, ਜਾਂ ਕਿ ਕੋਈ ਹੁਨਰ ਨਾ ਹੋਣਾ ਹੱਥ ਵਿੱਚ, ਕਿਉਂਕਿ ਹੁਨਰ ਨਾ ਹੋਣ ਕਰਕੇ ਲੋੜ ਵੇਲੇ ਕਮਾਈ ਨਹੀਂ ਕਰ ਸਕਦੇ, ਜ਼ਰੂਰਤਾਂ ਬਣ ਜਾਂਦੀਆਂ ਕਈ ਵਾਰੀ ਇਹੋ ਜਿਹੀਆਂ। ਜੇ ਫਿਰ ਤੁਸੀਂ ਬਾਹਰ ਦੇਖੋ, ਜੋ ਲੜਕੀਆਂ ਕੰਮ ਵੀ ਕਰਨ ਜਾਂਦੀਆਂ ਤੇ ਉਹ ਵੀ ਸਮਾਜ, ਜਿਵੇਂ ਬਾਕੀ ਦੇ ਸਮਾਜ ਦੇ ਵਿੱਚ ਔਰਤ ਇਨਸਿਕਿਉਰ ਹੈ, ਉਸੇ ਤਰੀਕੇ ਨਾਲ ਹੀ ਉਹ ਈਸਾਈ ਔਰਤਾਂ ਵੀ ਉਹਨਾਂ ਦੇ ਨਾਲ ਹੀ ਹੈ। ਆਪਾਂ ਬਾਕੀ ਸਮਾਜ ਤੋਂ ਵੱਖ ਤੇ ਹੈ ਨਹੀਂ। ਸੋ ਚੈਲੰਜ ਬਹੁਤ ਹੈ ਲੇਡੀਜ਼ ਦੇ ਵਾਸਤੇ, ਕੁੜੀਆਂ ਹੋਣ, ਔਰਤਾਂ ਹੋਣ, ਜਦੋਂ ਕੰਮ ਕਰਨ ਵਾਸਤੇ ਬਾਹਰ ਜਾਂਦੀਆਂ ਤੇ ਜੋ ਸਮਾਜ ਜਿਹੋ ਜਿਹਾ ਹੈਗਾ, ਕੋਈ ਇੰਨੀ ਆਸਾਨੀ ਨਹੀਂ ਉਹਨਾਂ ਵਾਸਤੇ, ਮੁਸ਼ਕਿਲਾਂ ਹਨ। ਇਹ ਦੋ ਮੈਂ ਬੋਲਾਂਗੀ ਸ਼ੁਰੂਆਤ ਦੇ ਵਿੱਚ। ਜੀ ਤੇ ਸਿਸਟਰ, ਜਿਸ ਤਰ੍ਹਾਂ ਕਿ ਆਪਾਂ ਦੇਖਦੇ ਹਾਂ ਕਿ ਪੜ੍ਹੀਆਂ ਲਿਖੀਆਂ ਸਾਡੀਆਂ ਜਿਹੜੀਆਂ ਕੁੜੀਆਂ ਅੱਜ ਕੱਲ੍ਹ ਜੋ ਪੜ੍ਹੀਆਂ ਲਿਖੀਆਂ ਕੁੜੀਆਂ ਆ, ਉਹ ਬੜੇ ਅੱਛੇ ਤਰੀਕੇ ਨਾਲ ਸੈਟਲ ਹੋ ਰਹੀਆਂ। ਆਪਣਾ ਚਾਹੇ ਕੋਈ ਵੀ ਫੀਲਡ ਹੋਵੇ, ਨਰਸਿੰਗ ਹੋਵੇ, ਵੈਸੇ ਵੀ ਡਿਫੈਂਸ ਫੋਰਸਿਸ, ਮੈਂ ਜਿੱਦਾਂ ਆਲਰੇਡੀ ਦੱਸ ਚੁੱਕਾ, ਹਰ ਜਗ੍ਹਾ 'ਤੇ ਆਪਣੇ ਆਪ ਨੂੰ ਉਹਨਾਂ ਨੇ ਸਾਬਿਤ ਕੀਤਾ ਹੈ। ਸਟਿਲ ਉਹ ਘਰ ਦੇ ਵਿੱਚ ਵੀ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੀਆਂ। ਅਤੇ ਕੀ ਸਮਾਜ ਕਿੱਦਾਂ ਅਸੀਂ ਸਮਾਜ ਨੂੰ ਕੀ ਐਜੂਕੇਸ਼ਨ ਦੇ ਸਕਦੇ ਹਾਂ, ਕੀ ਕਰ ਸਕਦੇ ਹਾਂ ਕਿ ਸਮਾਜ ਇਹਨਾਂ ਚੀਜ਼ਾਂ ਨੂੰ ਸਮਝ ਸਕੇ ਕਿ ਜਿੱਦਾਂ ਇੱਕ ਮਰਦ 8 ਘੰਟੇ ਜੌਬ ਕਰਨ ਤੋਂ ਬਾਅਦ, ਡਿਊਟੀ ਕਰਨ ਤੋਂ ਬਾਅਦ ਬਿਲਕੁਲ ਫ੍ਰੀ ਹੋ ਜਾਂਦਾ ਕਿ ਮੈਂ ਹੁਣ ਆਪਣਾ ਫਰਜ਼ ਪੂਰਾ ਕਰਿਆ ਆ ਅਤੇ ਹੁਣ ਨੋ ਨੀਡ ਟੂ ਡੂ ਐਨੀਥਿੰਗ, ਕੁਛ ਕਰਨ ਦੀ ਲੋੜ ਨਹੀਂ, ਮੈਂ ਆਪਣਾ ਕਰਤਾ। ਲੇਕਿਨ ਔਰਤ ਕਦੀ ਫ੍ਰੀ ਨਹੀਂ ਹੁੰਦੀ, ਨਾ ਕੋਈ ਉਹਦੀ ਛੁੱਟੀ, ਨਾ ਸੰਡੇ, ਨਾ ਮੰਡੇ, ਨਾ ਟਿਊਜ਼ਡੇ, ਕੋਈ ਛੁੱਟੀ ਨਹੀਂ ਹੁੰਦੀ। ਕਿ ਇਹ ਸਾਡਾ ਮਤਲਬ ਇਹ ਇਸ ਤਰ੍ਹਾਂ ਦੀ ਧਾਰਨਾ ਕਿਉਂ ਹੈ ਕਿ ਸਾਡਾ ਸਮਾਜ ਹਾਲੇ ਵੀ ਪਛੜ ਗਿਆ ਇਸ ਚੀਜ਼ 'ਚ ਕਿ ਔਰਤ ਦੀ ਡਿਊਟੀ ਨੂੰ ਅਸੀਂ ਡਿਊਟੀ ਨਹੀਂ ਸਮਝਦੇ। ਉਹ ਸਾਰਾ ਦਿਨ ਜਿੰਨਾ ਮਰਜ਼ੀ ਕੰਮ ਕਰ ਲਵੇ, ਘਰ ਦੇ ਵਿੱਚ ਹੋਵੇ ਜਾਂ ਬਾਹਰ ਵੀ ਕੰਮ ਕਰਕੇ, ਜਦ ਕਿ ਬਾਹਰ ਬਹੁਤ ਵੱਡੇ ਚੈਲੰਜਸ ਜਿਹੜੀਆਂ ਔਰਤਾਂ ਐਕਸੈਪਟ ਕਰਕੇ ਉਹਨਾਂ ਨੂੰ ਫੁੱਲਫਿਲ ਕਰਕੇ ਆਪਣੇ ਘਰ ਦੇ ਵਾਸਤੇ ਵੀ ਸਮਾਂ ਕੱਢਦੀਆਂ, ਪਰ ਫਿਰ ਸਟਿਲ ਘਰ ਜਾ ਕੇ ਵੀ ਉਹੀ ਸਭ ਕੁਝ ਉਹਨਾਂ ਨੂੰ ਕਰਨਾ ਪੈਂਦਾ ਜੋ ਆਲਰੇਡੀ ਘਰਾਂ ਵਾਲੀਆਂ ਲੇਡੀਜ਼ ਕਰਦੀਆਂ। ਫਿਰ ਵੀ ਨਾ ਤੇ ਉਹਨਾਂ ਕੋਲੋਂ ਸਹੁਰਾ ਪਰਿਵਾਰ ਸੈਟਿਸਫਾਈਡ ਹੁੰਦਾ ਹੈ, ਨਾ ਪਤੀ ਪ੍ਰੋਪਰ ਸੈਟਿਸਫਾਈਡ ਹੁੰਦਾ। ਕੀ ਸਾਡੇ ਸਮਾਜ ਨੂੰ ਕਿਹੜੀਆਂ ਇਹੋ ਜਿਹੇ ਸਾਡੇ ਉਪਰਾਲੇ ਕਰਨੇ ਚਾਹੀਦੇ ਜਾਂ ਕੁਝ ਇੱਦਾਂ ਦੀ ਸੋਚ ਨੂੰ ਬਦਲਣਾ ਚਾਹੀਦਾ ਕਿ ਆਪਾਂ ਇਹਨਾਂ ਚੀਜ਼ਾਂ ਦੇ ਉੱਤੇ ਵਿਜੇ ਪਾ ਸਕੀਏ ਜਾਂ ਆਪਣੀਆਂ ਔਰਤਾਂ ਨੂੰ ਉਹਨਾਂ ਦਾ ਬਣਦਾ ਹੱਕ ਦੇ ਸਕੀਏ? ਤੁਸੀਂ ਇਸ ਟੌਪਿਕ 'ਤੇ ਕੀ ਕਹੋਗੇ? ਤੁਸੀਂ ਬਹੁਤ ਵਧੀਆ ਇੱਕ ਨੁਕਤਾ ਉਠਾਇਆ ਹੈ, ਬਹੁਤ ਸਹੀ ਹੈ। ਅਸੀਂ ਵੀ ਕੰਮ ਕਰਕੇ ਆਉਂਦੇ ਹਾਂ ਅਤੇ ਸਾਡੇ ਨਾਲ ਕੁਲੀਗਸ ਵੀ ਨੇ, ਉਹ ਵੀ ਗੱਲਾਂ ਕਰਦੀਆਂ ਲੇਡੀਜ਼ ਕਈ ਵਾਰੀ ਕਿ ਸਾਨੂੰ ਰਾਤ ਨੂੰ ਸੌਂਦਿਆਂ 12-1 ਵੱਜ ਜਾਂਦੇ ਸਾਰਾ ਕੰਮ ਕਰਦੇ। ਸੋ ਇੱਕ ਸੱਚਾਈ ਹੈ। ਔਰ ਸਮਾਜ ਕਿਤੇ ਨਾ ਕਿਤੇ ਉਸੇ ਜਗ੍ਹਾ 'ਤੇ ਹੀ ਰੁਕ ਗਿਆ ਆਪਣੀ ਸੋਚ ਵਿੱਚ, ਅੱਗੇ ਨਹੀਂ ਵਧਿਆ। ਲੇਡੀਜ਼ ਨੇ, ਲੜਕੀਆਂ ਨੇ ਅੱਗੇ ਹੋ ਕੇ ਬੰਦਿਆਂ ਵਾਲੇ ਕੰਮ ਆਪਣੇ ਸਿਰ 'ਤੇ ਲੈ ਲਏ, ਲੇਕਿਨ ਜੋ ਉਹਨਾਂ ਦਾ ਕੰਮ ਹੈ ਉਹ ਕਿਸੇ ਨੇ ਵੰਡਾਇਆ ਨਹੀਂ। ਵੰਡਾਇਆ ਹੈ ਕਿਤੇ, ਇਹ ਨਹੀਂ ਕਿ 100% ਇਸੇ ਤਰ੍ਹਾਂ ਹੀ ਹੈ। ਕਿਤੇ ਚੇਂਜਿਸ ਹੈ, ਕਿਤੇ ਹਸਬੈਂਡ ਵਾਈਫ ਮਿਲ ਕੇ ਕੰਮ ਕਰਦੇ ਆ, ਹਸਬੈਂਡ ਵਾਈਫ ਮਿਲ ਕੇ ਘਰ ਦਾ ਕੰਮ ਸਵਾਰਦੇ ਆ। ਕਿਤੇ ਘਰਾਂ ਦੇ ਜਿਹੜੇ ਬੇਟੇ ਆ, ਲੜਕੇ ਆ, ਉਹ ਵੀ ਚਾਹ ਬਣਾ ਲੈਂਦੇ ਆ, ਕੰਮ ਕਰਦੇ ਆ, ਕਈ ਤਰ੍ਹਾਂ ਦੇ ਕੰਮ ਕਰ ਲੈਂਦੇ। ਸੋ ਇਹਦੇ ਵਿੱਚ ਤਬਦੀਲੀ ਲਿਆਉਣ ਦੀ ਜ਼ਰੂਰਤ ਹੈ ਤਾਂ ਕਿ ਆਲ ਓਵਰ ਇਹ ਚੀਜ਼ ਅੰਦਰ ਤੱਕ ਸਮਾਜ ਵਿੱਚ ਇਹ ਚੀਜ਼ ਆ ਸਕੇ। ਉਹਦੇ ਵਾਸਤੇ ਜੋ ਤੁਸੀਂ ਪੁੱਛਿਆ ਉਪਰਾਲੇ ਤਾਂ ਸਭ ਤੋਂ ਜ਼ਿਆਦਾ ਤੇ ਘਰ ਦੇ ਜੀ ਆਪਣੇ ਛੋਟੇ ਬੱਚਿਆਂ ਤੋਂ ਹੀ ਕਰ ਸਕਦੇ ਆ। ਬੱਚਿਆਂ 'ਚ ਫਰਕ ਕਰਨਾ ਕੁੜੀ ਤੇ ਮੁੰਡੇ ਵਿੱਚ ਬੰਦ ਕਰਨ। ਸਭ ਤੋਂ ਪਹਿਲਾਂ ਜਿਵੇਂ ਲੜਕੇ ਨੂੰ ਕਹਿ ਦਿੱਤਾ ਜਾਂਦਾ ਕਿ ਤੂੰ ਬੈਠ ਤੂੰ ਪੜ੍ਹਾਈ ਕਰ। ਕੁੜੀ ਛੋਟੀ ਵੀ ਹੋਵੇ, ਪੜ੍ਹ ਕੇ ਆਈ ਆ, ਤਾਂ ਉਹਨੂੰ ਕਹਿਣਗੇ ਨਹੀਂ ਤੂੰ ਪਹਿਲਾਂ ਕੰਮ ਕਰ। ਕੰਮ ਕਰਨਾ ਚੰਗਾ ਹੈ, ਦੋਨਾਂ ਬੱਚਿਆਂ ਨੂੰ ਹੀ ਕੰਮ ਸਿਖਾਉਣਾ ਚਾਹੀਦਾ, ਬੇਟੇ ਨੂੰ ਵੀ ਬੇਟੀ ਨੂੰ ਵੀ, ਲੇਕਿਨ ਵਿਤਕਰੇ ਦੇ ਤੌਰ 'ਤੇ ਨਹੀਂ, ਇੱਕ ਪ੍ਰੈਜੁਡਿਸ ਦੇ ਤੌਰ 'ਤੇ ਨਹੀਂ ਕਿ ਆਪਾਂ ਕਹੀਏ ਕਿ ਕੰਮ ਸਿੱਖਣਾ ਕੁੜੀ ਨਹੀਂ ਸਿੱਖਣਾ। ਉਹਨੂੰ ਕਹੀਏ ਤੂੰ ਕੱਲ੍ਹ ਨੂੰ ਬਾਹਰ ਜਾਣਾ, ਬਗਾਨੇ ਘਰ ਜਾਣਾ ਅਤੇ ਤੇਰੇ ਲਈ ਕੰਮ ਸਿੱਖਣਾ ਜ਼ਰੂਰੀ ਹੈ, ਅਤੇ ਬੇਟੇ ਨੂੰ ਨਾ ਸਿਖਾਇਆ ਜਾਵੇ, ਇਹ ਠੀਕ ਨਹੀਂ। ਸ਼ੁਰੂ ਤੋਂ ਹੀ ਬੇਟੇ ਤੇ ਬੇਟੀ, ਜਦੋਂ ਮਾਵਾਂ ਅਤੇ ਘਰ ਦੇ ਵੱਡੇ ਬਜ਼ੁਰਗ ਵੀ, ਕਈ ਵਾਰੀ ਹੁੰਦਾ ਮਾਵਾਂ ਪੜ੍ਹੀਆਂ ਲਿਖੀਆਂ, ਉਹ ਕੋਸ਼ਿਸ਼ ਕਰਦੀਆਂ ਕਿ ਬੇਟੇ ਬੇਟੀ ਦੋਵਾਂ ਨੂੰ ਬਰਾਬਰ ਰੱਖੇ, ਲੇਕਿਨ ਜੋ ਬਜ਼ੁਰਗ ਨੇ ਪੁਰਾਣੇ ਖਿਆਲਾਂ ਦੇ ਨੇ, ਉਹ ਰੋਕ ਦਿੰਦੇ, ਕਹਿੰਦੇ ਨਹੀਂ ਮੁੰਡੇ ਨੂੰ ਕੰਮ ਨਹੀਂ ਕਰਨ ਦੇਣਾ। ਈਵਨ ਮੈਰਿਜ ਤੋਂ ਬਾਅਦ ਕਈ ਵਾਰੀ ਲੜਕੇ ਆਪਣੇ ਮੰਮੀ ਡੈਡੀ ਦੇ ਸਾਹਮਣੇ ਉਹ ਕੰਮ ਕਰਨ ਤੋਂ ਸ਼ਰਮਾ ਜਾਂਦੇ
ਕਿ ਮੈਨੂੰ ਬੋਲਣਗੇ, ਮੈਨੂੰ ਮੇਰੇ ਗੁਆਂਢੀ ਬੋਲਣਗੇ। ਜੀ ਇਸ ਤਰੀਕੇ ਕਈ ਵਾਰੀ ਬਹੁਤ ਵਾਰੀ ਵੇਖਿਆ ਜਾਂਦਾ ਹੈ ਕਿ ਮੁੰਡੇ ਕਈ ਵਾਰੀ ਆਪਣੀ ਵਾਈਫ ਦੇ ਉਸ ਬਰਡਨ ਨੂੰ ਸਮਝਦੇ ਆ ਕਿ ਬਰਡਨ ਬਹੁਤ ਜ਼ਿਆਦਾ ਹੈ ਇਹਦੇ ਉੱਪਰ ਕਿ ਆਈ ਸ਼ੁੱਡ ਹੈਲਪ, ਜੀ ਪਰ ਉਹ ਇਸ ਚੀਜ਼ ਤੋਂ ਸ਼ਰਮਾ ਜਾਂਦੇ ਫਿਰ ਕਿ ਮੇਰੀ ਮਾਂ ਕੀ ਕਹੇਗੀ, ਮੇਰੇ ਫਾਦਰ ਕੀ ਕਹਿਣਗੇ, ਮੇਰੇ ਭੈਣ ਭਰਾ ਕੀ ਕਹਿਣਗੇ। ਸੋ ਇਹ ਹੌਲੀ ਹੌਲੀ ਹੋਵੇਗਾ ਸਮਾਜ ਦੇ ਅੰਦਰ, ਮੇਰਾ ਖਿਆਲ ਹੈ ਹਾਂਜੀ ਕਿ ਇਹਦੇ ਲਈ ਹੌਲੀ ਹੌਲੀ ਸਮਾਜ ਨੂੰ, ਪਰਿਵਾਰ ਦੇ ਜੀਆਂ ਨੂੰ, ਲੜਕੇ ਤੇ ਲੜਕੀ 'ਚ ਫਰਕ ਜੋ ਕਰਦੇ, ਉਹਨਾਂ ਦੋਨਾਂ ਨੂੰ ਇੱਕੋ ਜਿਹੀਆਂ ਜ਼ਿੰਮੇਵਾਰੀਆਂ ਔਰ ਇੱਕੋ ਜਿਹੇ ਫਰਜ਼ ਪੂਰੇ ਕਰਨ, ਆਪਣੇ ਫਰਜ਼ ਵੀ ਸਮਝਣ ਤੇ ਆਪਣੇ ਦੋਨੇ ਜ਼ਿੰਮੇਵਾਰੀਆਂ ਵੀ ਸਮਝਣ। ਜੀ ਤਾਂ ਹੌਲੀ ਹੌਲੀ ਇਹ ਤਬਦੀਲੀ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਾਨੂੰ ਇਸ ਚੀਜ਼ ਦੇ ਵਿੱਚ ਇਸ ਕੰਪਲਿਕੇਸ਼ਨ, ਇਸ ਪਰੇਸ਼ਾਨੀ ਤੇ ਜਿੱਤ ਪਾਉਣ ਲਈ ਸਾਡੀ ਜਿਹੜੀ ਸ਼ੁਰੂਆਤ ਹੋਣੀ ਚਾਹੀਦੀ ਆ ਉਸ ਘਰੋਂ ਹੋਣੀ ਚਾਹੀਦੀ ਹੈ। ਕਿਉਂਕਿ ਸਭ ਤੋਂ ਪਹਿਲਾਂ ਤੇ ਸਕੂਲ ਵੀ ਘਰ ਹੈ, ਤੇ ਸਭ ਤੋਂ ਪਹਿਲਾਂ ਬੱਚਾ ਜਦੋਂ ਕਿਸੇ ਘਰ ਦੇ ਵਿੱਚ ਖੁਦਾ ਭੇਜਦਾ ਹੈ, ਚਾਹੇ ਉਹ ਲੜਕੀ ਹੋਵੇ ਜਾਂ ਲੜਕਾ, ਇੱਕ ਪਰਿਵਾਰ ਦੇ ਵਿੱਚ ਪੈਦਾ ਹੁੰਦਾ, ਤੇ ਉੱਥੋਂ ਹੀ ਡਿਸਕ੍ਰਿਮੀਨੇਸ਼ਨ ਜਿਹੜੀ ਸ਼ੁਰੂ ਹੋ ਜਾਂਦੀ ਹੈ। ਉਹ ਜੇ ਉਹਦੇ ਤੇ ਅਸੀਂ ਫਤਿਹ ਪਾ ਲਈਏ ਜਾਂ ਆਪਾਂ ਸੋਚੀਏ ਕਿ ਔਰਤ ਵੀ ਇੱਕ ਖੁਦਾ ਦਾ ਗਿਫਟ ਆ, ਅਨਮੋਲ ਗਿਫਟ ਆ, ਬਿਲਕੁਲ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਬਿਨਾਂ ਔਰਤ ਦੇ ਸਮਾਜ ਦੀ ਰਚਨਾ ਨਹੀਂ ਸੀ ਹੋ ਸਕਦੀ। ਨਹੀਂ, ਬਿਲਕੁਲ ਇਸ ਲਈ ਪਰਮੇਸ਼ਵਰ ਨੇ ਵੀ ਆਪਣੇ ਇਸ ਵਿਧਾਨ ਨੂੰ ਪੂਰਾ ਕਰਨ ਲਈ ਔਰਤ ਨੂੰ ਰਚਿਆ। ਚਾਹੇ ਉਹਨਾਂ ਨੇ, ਪਰਮੇਸ਼ਵਰ ਨੇ ਉਹਨੂੰ ਇਨਸਾਨ ਦੀ ਬੋਡੀ ਵਿੱਚੋਂ ਕੱਢ ਕੇ, ਮਰਦ ਦੀ ਬੋਡੀ ਚੋਂ ਕੱਢ ਕੇ ਰਚਿਆ, ਪਰ ਉਹਦੀ ਲੋੜ ਪਈ, ਉਹਦੀ ਲੋੜ ਸੀ, ਕਿਉਂਕਿ ਉਹਨੇ ਸ੍ਰਿਸ਼ਟੀ ਦੀ ਰਚਨਾ ਕਰਨੀ ਸੀ। ਇੱਕ ਐਡੀ ਵੱਡੀ ਹਸਤੀ ਨੂੰ ਅਸੀਂ ਬਿਲਕੁਲ ਹੀ ਘਰਾਂ ਦੇ ਵਿੱਚ ਵਿਤਕਰਾ ਕਰਦੇ ਕਿ ਨਹੀਂ ਜੀ ਸਾਡੇ ਤਾਂ ਬੇਟੇ ਜੋ ਹੈ ਉਹਨਾਂ ਨੇ ਸਾਡਾ ਨਾਮ ਬਣਾਉਣਾ ਹੈ, ਬੇਟੀ ਨੂੰ ਕੋਈ ਨਹੀਂ 8-10 ਪੜ੍ਹਾਓ ਤਾਂ ਘੱਲ ਦਿਓ ਜਿੱਧਰ ਘੱਲ ਹੁੰਦਾ। ਯਾਨੀ ਨਾ ਉਹਦੇ ਲਈ ਕੋਈ ਸੀਰੀਅਸਨੈਸ ਹੈ, ਨਾ ਉਹਦੀ ਹੈਲਥ ਬਾਰੇ ਕੋਈ ਸੋਚਿਆ ਜਾਂਦਾ, ਨਾ ਉਹਨਾਂ ਦੇ ਫਿਊਚਰ ਬਾਰੇ ਕੋਈ ਸੋਚਿਆ ਜਾਂਦਾ। ਯਾਨੀ ਸਿੱਧੇ ਤੌਰ ਤੇ ਮਾਪੇ ਜਿਹੜੇ ਇਸ ਚੀਜ਼ ਦੇ ਰਿਸਪੌਂਸਿਬਲ ਆ ਕਿ ਜਿਹੜੀ ਜੋ ਡਿਸਕ੍ਰਿਮੀਨੇਸ਼ਨ ਸਮਾਜ ਕਰ ਰਿਹਾ ਜਾਂ ਉਹਦੇ ਵਿੱਚ ਹੋ ਰਹੀ ਹੈ, ਉਹਦੀ ਸ਼ੁਰੂਆਤ ਮਾਪਿਆਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ, ਉਹਦੇ ਆਪਣੇ ਹੀ ਘਰ ਤੋਂ ਸ਼ੁਰੂ ਹੋ ਜਾਂਦੀ ਹੈ। ਪਰਿਵਾਰ ਦੇ ਸਾਰੇ ਮੈਂਬਰਸ, ਠੀਕ ਹੈ ਜੀ। ਉਹ ਆਪਣੇ ਘਰ ਦੇ ਵਿੱਚ ਕਹਿੰਦੇ ਜੀ ਬਗਾਨਾ ਧਨ ਹੈ, ਇਹਨੇ ਗਾਂਹ ਚਲੇ ਜਾਣਾ, ਚਲੋ ਤੇ ਅੱਗੇ ਜਿੱਥੇ ਜਾਂਦੀ ਹੈ ਉੱਥੇ ਉਹ ਕਹਿੰਦੇ ਜੀ ਇਹ ਬਗਾਨੀ ਕੁੜੀ ਹੈ, ਮਤਲਬ ਬਗਾਨੀ, ਇਹ ਵੀ ਬਗਾਨੇ ਘਰੋਂ ਆਈ ਹੈ, ਉੱਥੇ ਵੀ ਆਪਣੀ ਨਹੀਂ ਹੋਈ, ਤੇ ਫਿਰ ਆਪਣੀ ਉਹਨੇ ਹੋਣਾ ਕਿੱਥੇ ਹੈ? ਇਹੀ ਸਵਾਲ ਆ। ਇਹ ਪ੍ਰੋਗਰਾਮ ਸਪੈਸ਼ਲੀ ਦਰਸ਼ਕੋ, ਮੈਂ ਤੁਹਾਡੇ ਨਾਲ ਹੀ ਗੱਲ ਕਰਦਾ ਕਿ ਇਹ ਪ੍ਰੋਗਰਾਮ ਸਪੈਸ਼ਲੀ ਇਸ ਕਰਕੇ ਇਸ ਟੌਪਿਕ ਨੂੰ ਛੇੜਿਆ ਗਿਆ ਕਿ ਅਸੀਂ ਆਪਣੇ ਘਰ ਤੋਂ, ਜਿਹੜੀ ਸਾਡੀ ਖੁਦਾ ਨੇ ਸਾਨੂੰ ਦਾਤ ਬਖਸ਼ੀ ਆ, ਸੰਤਾਨ ਬਖਸ਼ੀ ਹੈ, ਚਾਹੇ ਉਹ ਲੜਕਾ ਹੋਵੇ ਜਾਂ ਲੜਕੀ ਹੋਵੇ, ਉਹਦੇ 'ਚ ਭੇਦਭਾਵ ਨਾ ਰੱਖਿਆ ਜਾਵੇ। ਉਹਦੀ ਪੜ੍ਹਾਈ ਲਿਖਾਈ ਤੋਂ ਲੈ ਕੇ ਉਹਦੀ ਸਰੀਰਕ ਜੋ ਵੀ ਜ਼ਰੂਰਤਾਂ ਉਹਨੂੰ ਚਾਹੀਦੀਆਂ, ਦਿਮਾਗੀ, ਸਰੀਰਕ, ਹਰ ਤਰ੍ਹਾਂ ਦੀ ਜ਼ਰੂਰਤਾਂ ਜਿਹੜੀਆਂ ਉਹ ਬਰਾਬਰੀ ਦੇ ਵਿੱਚ ਅਸੀਂ ਪੂਰੀਆਂ ਕਰੀਏ, ਤਾਂ ਜੋ ਬਰਾਬਰੀ ਦੇ ਵਿੱਚ ਉਹਨਾਂ ਦੇ ਸਾਰੇ ਬੱਚਿਆਂ ਦੀ ਗਰੋਥ ਹੋਵੇ, ਤੇ ਅੱਗੇ ਜਾ ਕੇ ਸਮਾਜ ਦੇ ਵਿੱਚ ਵੀ ਉਹ ਆਪਣਾ ਇੱਕ ਅੱਛਾ ਸਥਾਨ ਬਣਾ ਸਕਦੀਆਂ। ਕਿਉਂਕਿ ਜੇ ਉਹ ਘਰ ਦੇ ਵਿੱਚ ਅੱਛੇ ਤਰੀਕੇ ਨਾਲ ਸਟੱਡੀ ਕੀਤੀ, ਉਹਨੇ ਅੱਛੇ ਤਰੀਕੇ ਨਾਲ ਉਹਦੀ ਪ੍ਰੋਪਰ ਉਹਦੀ ਜੋ ਅਸੀਂ ਪਰਵਰਿਸ਼ ਕੀਤੀ ਆ, ਔਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਦੇ ਹੋਏ ਅਸੀਂ ਉਹਨੂੰ ਇੱਕ ਕਾਬਲ, ਇੱਕ ਸਸ਼ਕਤ ਔਰਤ ਬਣਾਇਆ ਹੈ, ਤੇ ਫਿਰ ਉਹ ਅੱਗੇ ਜਾ ਕੇ ਵੀ ਆਪਣੇ ਹੱਕ ਦੇ ਲਈ ਲੜ ਸਕਦੀ ਹੈ। ਤੇ ਜੇ ਅਸੀਂ ਉਹਨੂੰ ਇੱਥੇ ਹੀ ਛੱਡ ਦਾਂਗੇ, ਨਹੀਂ ਕੋਈ ਨਹੀਂ ਥੋੜ੍ਹਾ ਬਹੁਤ ਪੜ੍ਹਾਓ, ਤੇ ਉਸ ਤੋਂ ਬਾਅਦ ਇਹਨੇ ਅੱਗੇ ਗਾਂਹ ਹੀ ਚਲੇ ਜਾਣਾ, ਮਤਲਬ ਫਿਰ ਉਹ ਤਾਂ ਫਿਰ ਇਸਤੇਮਾਲ ਦੀ ਚੀਜ਼ ਹੀ ਹੋ ਗਈ ਵੀ ਇੱਥੇ ਜਦੋਂ ਘਰ 'ਚ ਸਾਡਾ ਘਰ ਕੰਮ ਕਰਦੀ ਰਹੀ ਇੱਕ ਨੌਕਰ ਦੀ ਤਰ੍ਹਾਂ, ਜਦੋਂ ਅਗਲੇ ਘਰ ਚਲੀ ਗਈ ਉੱਥੇ ਵੀ ਉਹਨਾਂ ਨੇ ਨੌਕਰ ਦੀ ਤਰ੍ਹਾਂ ਰੱਖਿਆ, ਕਿਉਂਕਿ ਉਹ ਪੜ੍ਹੀ ਲਿਖੀ ਨਹੀਂ ਇੰਨੀ, ਉਹਦੀ ਕੋਈ ਵੈਲਿਊ ਨਹੀਂ ਹੈ, ਜਿਹੜਾ ਮਰਜ਼ੀ ਉਹਨੂੰ ਡਾਂਟ ਦਿੰਦਾ, ਝਾੜ ਦਿੰਦਾ, ਸਹੁਰੇ ਪਰਿਵਾਰ ਦੇ ਵਿੱਚ ਉਹਨੂੰ ਬੇਗਾਨਾ ਸਮਝਿਆ ਜਾਂਦਾ। ਤੇ ਇਸ ਲਈ ਇਹਨਾਂ ਚੀਜ਼ਾਂ ਤੇ ਸਾਨੂੰ ਘਰ ਤੋਂ ਹੀ ਜਿਹੜੀ ਆ ਇੱਕ ਅੱਛੀ ਸ਼ੁਰੂਆਤ ਕਰਕੇ ਆਪਣੇ ਬੱਚਿਆਂ ਨੂੰ ਬਰਾਬਰ ਦਾ ਹੱਕ ਜੋ ਹੈ ਉਹ ਦੇਣਾ ਚਾਹੀਦਾ ਹੈ। ਇੱਕ ਬੱਚੀ ਨੂੰ ਵੀ ਉਹੀ ਪਿਆਰ, ਉਹੀ ਦੁਲਾਰ ਔਰ ਉਹੀ ਸੰਸਕਾਰ ਦੇਣੇ ਚਾਹੀਦੇ ਨੇ, ਜਾਂ ਉਹਦੇ ਗਰੋਥ ਵਿੱਚ ਸਾਨੂੰ ਓਨਾ ਹੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਜਿੰਨਾ ਅਸੀਂ ਬੇਟੇ ਦੀ ਜ਼ਿੰਮੇਵਾਰੀ ਨਿਭਾਉਂਦੇ ਹਾਂ। ਗੀਤੂ ਜੀ, ਤੁਸੀਂ ਆਪਣਾ ਐਕਸਪੀਰੀਅੰਸ ਦੱਸੋ ਕਿ ਆਤਮ ਨਿਰਭਰ ਬਣਨ ਦੇ ਲਈ ਔਰ ਸਾਨੂੰ ਸਾਡੇ ਕੀ ਫਰਜ਼ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਤਮ ਨਿਰਭਰ ਜਿਹੜਾ ਉਹ ਕਿੱਦਾਂ ਬਣਾਇਆ ਜਾਵੇ, ਸਮਾਜ ਕਿੱਦਾਂ ਸਪੋਰਟ ਕਰ ਸਕਦਾ? ਪੇਰੈਂਟਸ ਨੇ ਤਾਂ ਕਰਨੀ ਹੈ, ਕਿਉਂਕਿ ਕਲੀਅਰ ਹੋ ਗਈ ਗੱਲ ਕਿ ਅਸੀਂ ਆਪਣੇ ਤੌਰ ਤੇ ਆਪਣੇ ਘਰਾਂ ਦੇ ਵਿੱਚ ਆਪਣੇ ਬੱਚੀ ਨੂੰ ਕਿਸ ਤਰ੍ਹਾਂ ਅੱਗੇ ਸਮਾਜ ਦੇ ਵਿੱਚ ਬਰਾਬਰੀ ਤੱਕ ਖੜਾ ਕਰਨ ਲਈ ਅਸੀਂ ਕੀ ਉਪਰਾਲਾ ਕਰਨਾ, ਉਹਦੇ ਬਾਰੇ ਅਸੀਂ ਗੱਲ ਕਰ ਚੁੱਕੇ ਹਾਂ। ਲੇਕਿਨ ਸਮਾਜ ਉਹਦੇ ਵਿੱਚ ਕੀ ਯੋਗਦਾਨ ਦੇ ਸਕਦਾ, ਕਿਸ ਤਰੀਕੇ ਨਾਲ ਸਾਡਾ ਚਰਚ ਯੋਗਦਾਨ ਦੇ ਸਕਦਾ, ਕਿਸ ਤਰੀਕੇ ਦੇ ਨਾਲ ਆਪਾਂ ਕੀ ਉਪਰਾਲੇ ਕਰ ਸਕਦੇ ਹਾਂ ਕਿ ਇੱਕ ਔਰਤ ਜੋ ਹੈ ਉਹ ਸਸ਼ਕਤ ਬਣੇ, ਪੂਰੀ ਤਰ੍ਹਾਂ ਬਰਾਬਰੀ ਦੇ ਵਿੱਚ ਆਵੇ ਔਰ ਸਮਾਜ ਦੇ ਵਿੱਚ ਇੱਕ ਆਪਣੀ ਅੱਛੀ ਪਹਿਚਾਣ ਬਣਾ ਸਕੇ, ਔਰ ਉਹਦੇ ਨਾਲ ਸਮਾਜ ਦੇ ਵਿੱਚ ਆਪਣੇ ਖਾਨਦਾਨ ਦਾ ਨਾਮ ਵੀ ਰੋਸ਼ਨ ਕਰਦੀ ਹੈ। ਤੇ ਕਿਸ ਤਰ੍ਹਾਂ ਕੀ ਉਪਰਾਲੇ ਜਿਹੜੇ ਸਮਾਜਿਕ ਤੌਰ ਤੇ ਸਾਨੂੰ ਕਰਨੇ ਚਾਹੀਦੇ ਨੇ?
ਸਭ ਤੋਂ ਪਹਿਲਾਂ ਤਾਂ ਜਿਸ ਤਰ੍ਹਾਂ ਕੁੜੀਆਂ ਦਾ ਐਜੂਕੇਸ਼ਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਉਹ ਪੜ੍ਹੀਆਂ ਲਿਖੀਆਂ ਹੋਣੀਆਂ ਚਾਹੀਦੀਆਂ, ਕਿਉਂਕਿ ਅਗਰ ਉਹ ਪੜ੍ਹੀਆਂ ਲਿਖੀਆਂ ਹੋਊਗੀਆਂ ਫਿਰ ਹੀ ਉਹ ਮਤਲਬ ਕਿ ਅੱਗੇ ਵੀ ਸਟੈਂਡ ਲੈ ਸਕਦੀਆਂ ਹਰ ਇੱਕ ਚੀਜ਼ ਵਾਸਤੇ। ਤੇ ਸਾਨੂੰ ਚਾਹੀਦਾ ਕਿ ਮਤਲਬ ਚਰਚ ਨੂੰ ਚਾਹੀਦਾ ਕਿ ਕੁੜੀਆਂ ਜਿਹੜੀਆਂ ਖਾਸ ਕਰਕੇ ਜਿਹੜੀਆਂ ਗਰੀਬ ਫੈਮਲੀਜ਼ ਆ ਮਤਲਬ ਉਹਨਾਂ ਨੂੰ ਐਜੂਕੇਸ਼ਨ 'ਚ ਹੈਲਪ ਦੇਣੀ। ਫਿਰ ਜਦੋਂ ਐਜੂਕੇਸ਼ਨ ਹੋ ਜਾਂਦੀ ਆ ਫਿਰ ਚਿੰਤਾ ਹੋ ਜਾਂਦੀ ਉਹਨਾਂ ਦੇ ਕੋਰਸ ਦੀ। ਕਈ ਮਾਂ-ਬਾਪ ਮਤਲਬ ਕੁੜੀਆਂ ਨੂੰ ਪੜ੍ਹਾ ਤਾਂ ਲੈਂਦੇ ਆ ਤੇ ਪੜਾਉਣਾ ਵੀ ਚਾਹੁੰਦੇ ਆ ਪਰ ਉਹਨਾਂ ਤੋਂ ਪੈਸੇ ਨਹੀਂ ਹੁੰਦੇ। ਮਤਲਬ ਚਰਚ ਨੂੰ ਚਾਹੀਦਾ ਕਿ ਉਹਨਾਂ ਦੇ ਇੱਕ ਕੋਰਸ ਵਾਸਤੇ ਕੁਝ ਫੰਡ ਇਕੱਠੇ ਹੋਣੇ ਚਾਹੀਦੇ, ਜਿਸ ਤਰ੍ਹਾਂ ਰਿਚ ਫੈਮਲੀਜ਼ ਹੁੰਦੀਆਂ ਉਹਨਾਂ ਦੇ ਨਾਲ ਡਿਸਕਸ ਕਰਕੇ ਉਹਨਾਂ ਦੇ ਵਾਸਤੇ ਇੱਕ ਫੰਡ ਇਕੱਠੇ ਹੋਣੇ ਚਾਹੀਦੇ ਤਾਂ ਕਿ ਅਸੀਂ ਉਹਨਾਂ ਨੂੰ ਕੋਰਸ ਕਰਵਾ ਸਕੀਏ। ਜਿਸ ਤਰ੍ਹਾਂ ਪਾਰਲਰ ਦਾ ਕੋਰਸ ਹੋ ਗਿਆ ਹੈ ਨਾ, ਛੋਟੇ ਕੋਰਸ। ਫਿਰ ਜਾਂ ਸਿਲਾਈ ਮਸ਼ੀਨਾਂ ਨੂੰ ਲੈ ਕੇ ਦੇਤੀਆਂ, ਉਹਨਾਂ ਨੂੰ ਸਿਲਾਈ ਕੋਰਸ ਕਰਵਾਤੇ। ਮਤਲਬ ਫਿਰ ਹੀ ਉਹ ਸਮਾਜ ਦੇ ਵਿੱਚ ਅੱਗੇ ਵੱਧ ਵੀ ਸਕਦੀਆਂ ਤੇ ਆਪਣੇ ਪੈਰਾਂ ਤੇ ਵੀ ਖੜੀਆਂ ਹੋ ਸਕਦੀਆਂ। ਤੇ ਜਿਸ ਤਰ੍ਹਾਂ ਵੱਡੇ ਕੋਰਸ ਵੀ ਕਰਵਾ ਸਕਦੇ ਆ, ਜਿਸ ਤਰ੍ਹਾਂ ਕਿਸੇ ਤੋਂ ਸਪਾਂਸਰ ਕਰਵਾਤਾ, ਜਿਸ ਤਰ੍ਹਾਂ ਅਬਰੋਡ ਕਾਫੀ ਫੈਮਿਲੀ ਸੈੱਟ ਹੈਗੀਆਂ, ਉਹਨਾਂ ਨੂੰ ਮਤਲਬ ਕਾਫੀ ਕੰਟੈਕਟਸ ਵਿੱਚ ਰਹਿੰਦੇ ਆ। ਅਬਰੋਡ ਫੈਮਲੀਜ਼ ਵੀ ਹੈ, ਕ੍ਰਿਸਚੀਅਨਸ ਵੀ ਹੈ ਤੇ ਹੋਰ ਵੀ ਹੈ। ਮਤਲਬ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਕੁੜੀਆਂ ਨੂੰ ਮਤਲਬ ਜਿਸ ਤਰ੍ਹਾਂ ਕੋਰਸ ਕਰਵਾਏ ਜਾਣ ਨਰਸਿੰਗ ਵਾਸਤੇ, ਹੋਰ ਵੀ ਕਾਫੀ ਕੋਰਸ ਆ ਕਿਉਂਕਿ ਕੁੜੀਆਂ ਕਾਫੀ ਇੰਟੈਲੀਜੈਂਟ ਆ, ਪੜ੍ਹਨਾ ਵੀ ਚਾਹੁੰਦੀਆਂ ਲੇਕਿਨ ਕਿਤੇ ਨਾ ਕਿਤੇ ਉਹ ਗਰੀਬੀ ਕਰਕੇ ਨਹੀਂ ਕਰ ਸਕਦੀਆਂ ਅੱਗੇ, ਔਰ ਪੇਰੈਂਟਸ ਵੀ ਉਹਨਾਂ ਨੂੰ ਸਪੋਰਟ ਨਹੀਂ ਕਰ ਸਕਦੇ ਕਈ ਵਾਰੀ ਪੈਸੇ ਦੇ ਕਰਕੇ। ਤੇ ਇਹੀ ਆ ਕਿ ਮਤਲਬ ਚਰਚਸ ਨੂੰ ਵੀ ਚਾਹੀਦਾ ਤੇ ਹੋਰ ਵੀ ਜਿੰਨੇ ਵੀ ਲੋਕ ਆ ਮਤਲਬ ਜੋ ਸੁਣਦੇ ਵੀ ਪਏ ਆ ਕਿ ਹੋਰ ਵੀ ਸਾਡੇ ਚਰਚ ਤੋਂ ਇਲਾਵਾ ਵੀ ਜਿੰਨੇ ਵੀ ਕਿਉਂਕਿ ਸਾਰੇ ਕੰਟੈਂਟ ਦੇਖਦੇ ਆ ਜਿੰਨੇ ਵੀ ਆ ਕਿ ਉਹਨਾਂ ਨੂੰ ਚਾਹੀਦਾ ਕਿ ਫੰਡਸ ਇਕੱਠੇ ਕਰਨ ਤੇ ਉਹਨਾਂ ਨੂੰ ਮਤਲਬ ਹੈਲਪ ਕੀਤੀ ਜਾਵੇ ਉਹਨਾਂ ਦੇ ਕੋਰਸ ਵਾਸਤੇ, ਐਜੂਕੇਸ਼ਨ ਵਾਸਤੇ, ਤਾਂ ਕਿ ਉਹਨਾਂ ਨੂੰ ਪੈਰਾਂ ਤੇ ਖੜੇ ਹੋਣ ਦੀ ਮਦਦ ਮਿਲ ਸਕੇ ਤੇ ਅੱਗੇ ਉਹ ਆਪਣੇ ਆਪ ਨੂੰ ਮਤਲਬ ਕਰ ਸਕਦੇ, ਸਟੈਂਡ ਵੀ ਕਰ ਸਕਦੇ ਅਤੇ ਅੱਗੇ ਜਾ ਕੇ ਹੋਰ ਵੀ ਕੁੜੀਆਂ ਦੀ ਵੀ ਹੈਲਪ ਕਰ ਸਕਦੇ ਆ, ਹੈ ਨਾ। ਇਹੀ ਆਪਾਂ ਕਰ ਸਕਦੇ ਹਾਂ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਾਡਾ ਜੋ ਚਰਚ ਹੈ, ਸਾਡੀ ਕਲੀਸਿਆ ਹੈ, ਕਲੀਸਿਆ ਵੀ ਕੁਝ ਉਪਰਾਲੇ ਇੱਦਾਂ ਦੇ ਕਰ ਸਕਦੀ ਹੈ। ਹਾਂਜੀ, ਉਹਨਾਂ ਦੇ ਪੇਰੈਂਟਸ ਨੂੰ ਬੇਸਿਕ ਨੌਲੇਜ ਦਿੱਤੀ ਜਾਵੇ ਸਭ ਤੋਂ ਪਹਿਲਾਂ ਤਾਂ, ਕਿਉਂਕਿ ਪ੍ਰੀਚਰ ਜਾਂਦੇ ਆ ਘਰਾਂ ਦੇ ਵਿੱਚ ਤੇ ਉਹ ਜਾ ਕੇ ਦੱਸਣ ਉਹਨਾਂ ਨੂੰ ਕਿ ਲੜਕੀ ਦੀ ਵੈਲਿਊ ਕੀ ਹੈ ਸਮਾਜ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਸਾਨੂੰ ਵੈਲਿਊ ਦਾ ਹੀ ਨਹੀਂ ਪਤਾ ਕਿ ਸਮਾਜ 'ਚ ਔਰਤ ਦੀ ਵੈਲਿਊ ਕੀ ਹੈ। ਅਸੀਂ ਕਹਿੰਦੇ ਇਹ ਵੈਲਿਊਏਬਲ ਚੀਜ਼ ਨਹੀਂ ਹੈ, ਇਹਦਾ ਕੀ ਇਹਨੇ ਤਾਂ ਗਾਂਹ ਹੀ ਚਲੇ ਜਾਣਾ। ਅਸੀਂ ਕਦੀ ਨਹੀਂ ਸੋਚਿਆ ਵੀ ਗਾਂਹ ਜਾ ਕੇ ਵੀ ਤੇ ਇਹਨੇ ਇਸੇ ਸਮਾਜ 'ਚ ਰਹਿਣਾ, ਕਿ ਘੱਟੋ ਘੱਟ ਐਟਲੀਸਟ ਸਾਡੇ ਘਰ ਪਰ ਖੁਦਾ ਨੇ ਸਾਨੂੰ ਉਹ ਦਾਤ ਦਿੱਤੀ ਹੈ, ਇੱਕ ਬੱਚਾ ਦਿੱਤਾ ਸਾਨੂੰ, ਇੱਕ ਬੇਬੀ ਗਰਲ ਦਿੱਤੀ ਹੈ। ਅਸੀਂ ਇਹਦੀ ਪਰਵਰਿਸ਼ ਇਸ ਤਰੀਕੇ ਨਾਲ ਕਰੀਏ ਕਿ ਜਿੱਥੇ ਵੀ ਜਾਵੇ ਇਹ ਫਲ ਪੈਦਾ ਕਰੇ। ਤੇ ਫਲ ਪੈਦਾ ਕਿੱਦਾਂ ਕਰਨਾ, ਉਹਨੂੰ ਉਹਦੇ ਲਾਇਕ ਬਣਾਉਣਾ ਪੈਣਾ, ਠੀਕ ਹੈ। ਤੇ ਇਹਦੇ ਵਿੱਚ ਇਕੱਲਾ ਪੇਰੈਂਟਸ ਨਹੀਂ, ਕਈ ਹੋ ਸਕਦਾ ਤੁਸੀਂ ਬੜਾ ਅੱਛਾ ਕਿਹਾ ਹੈ ਕਿ ਪੇਰੈਂਟਸ ਜਿਹੜੇ ਗਰੀਬ ਹੋ ਸਕਦੇ ਨਹੀਂ ਬੱਚੇ ਨੂੰ ਇੰਨਾ ਅੱਛੇ ਤਰੀਕੇ ਨਾਲ ਐਜੂਕੇਸ਼ਨ ਦੇ ਸਕਦੇ, ਤੇ ਉਹਦੇ ਵਿੱਚ ਜਿਹੜਾ ਸਾਡਾ ਸਮਾਜ ਅੱਗੇ ਆਵੇ, ਠੀਕ ਹੈ। ਕੁਝ ਸਮਾਜ ਦੇ ਵਿੱਚ ਕੁਝ ਇੱਦਾਂ ਦੀਆਂ ਚੀਜ਼ਾਂ ਮਤਲਬ ਕ੍ਰੀਏਟ ਹੋਣੀਆਂ ਚਾਹੀਦੀਆਂ, ਇੱਦਾਂ ਦਾ ਮਾਹੌਲ ਕ੍ਰੀਏਟ ਹੋਣਾ ਚਾਹੀਦਾ ਕਿ ਜਿਹੜਾ ਕਮਿਊਨਿਟੀ ਵਾਈਜ਼, ਚਾਹੇ ਉਹ ਆਪਾਂ ਆਪਣੇ ਪੈਰਿਸ਼ ਦੀ ਕਮਿਊਨਿਟੀ ਲੈ ਲਓ, ਸਾਡੇ 'ਚ ਜਿਹੜੀਆਂ ਬੱਚੀਆਂ ਜ਼ਿਆਦਾ ਪੜ੍ਹਨਾ ਚਾਹੁੰਦੀਆਂ, ਅਸੀਂ ਮਿਲ ਜੁਲ ਕੇ ਥੋੜ੍ਹਾ ਜਿਹਾ ਇੱਦਾਂ ਦਾ ਕੋਈ ਉਪਰਾਲਾ ਕਰੀਏ ਕਿ ਉਹਨਾਂ ਨੂੰ ਸਪੋਰਟ ਮਿਲੇ। ਚਰਚ ਉਹਨਾਂ ਨੂੰ ਆਪਣੇ ਇੰਸਟੀਟਿਊਸ਼ਨ ਦੇ ਵਿੱਚ, ਆਪਣੇ ਸਕੂਲਾਂ ਦੇ ਵਿੱਚ ਕੰਸੈਸ਼ਨ ਦੇਵੇ ਜਾਂ ਕੋਈ ਵੱਧ ਤੋਂ ਵੱਧ ਉਹਨਾਂ ਨੂੰ ਸਕੋਲਰਸ਼ਿਪਸ ਵੀ ਦਿੱਤੀਆਂ ਜਾ ਸਕਦੀਆਂ ਤਾਂ ਕਿ ਉਹ ਆਪਣੀ ਸਟੱਡੀ ਪੂਰੀ ਕਰ ਸਕਦੇ। ਫਿਰ ਹੋਰ ਵੀ ਸੋਰਸ ਹੈ, ਜਿੱਦਾਂ ਸਾਡੇ ਆਪਣੇ ਹੀ ਇੰਸਟੀਟਿਊਸ਼ਨ ਦੇ ਵਿੱਚ ਜੌਬਸ ਬਹੁਤ ਹੈਗੀਆਂ ਆ ਤੇ ਅਸੀਂ ਉਹਨਾਂ ਨੂੰ ਜੌਬ ਵੀ ਦੇ ਸਕਦੇ ਤਾਂ ਕਿ ਉਹ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ। ਔਰ ਸਮਾਜ ਦੇ ਵਿੱਚ ਔਰਤ ਦਾ ਸਸ਼ਕਤ ਹੋਣਾ, ਕਾਮਯਾਬ ਹੋਣਾ, ਇੱਕ ਸੈਲਫ ਡਿਪੈਂਡ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦ ਤੱਕ ਸਮਾਜ ਦਾ ਦੋ ਪੱਖ ਆ, ਇੱਕ ਔਰਤ ਤੇ ਇੱਕ ਮਰਦ, ਮਰਦਾਂ ਵੱਲ ਅਸੀਂ ਪੂਰਾ ਜ਼ੋਰ ਲਾਤਾ ਕਿ ਮਰਦ ਜਿਹੜੇ ਉਹ ਤਰੱਕੀ ਵੱਲ ਨੂੰ ਜਾਣ, ਸਾਡਾ ਦੇਸ਼ ਤਰੱਕੀ ਕਰੇਗਾ। ਮੇਰੇ ਖਿਆਲ ਦੇ ਵਿੱਚ ਤੇ ਔਰਤਾਂ ਜਿਹੜੀਆਂ ਉਹ ਲੜਕਿਆਂ ਨਾਲੋਂ ਨੂੰ ਡੋਮੀਨੇਟ ਕਰ ਰਹੀਆਂ। ਜਦੋਂ ਤੁਸੀਂ ਕਿਸੇ ਵੀ ਸਕੂਲ ਦੀ ਮੈਰਿਟ ਚੈੱਕ ਕਰੋ, ਉਹਦੇ ਵਿੱਚ ਮੈਕਸਿਮਮ ਜਿਹੜੇ ਨੰਬਰ ਹੁੰਦੇ ਉਹ ਕੁੜੀਆਂ ਦੇ ਲੈ ਹੁੰਦੇ। ਕਦੋਂ ਅਸੀਂ ਇਸ ਚੀਜ਼ ਨੂੰ ਸੋਚਾਂਗੇ ਕਿ ਤਰੱਕੀ ਜਿਹੜੀ ਆ ਉਹ ਐਜੂਕੇਸ਼ਨ ਦੁਆਰਾ ਕੀਤੀ ਜਾ ਸਕਦੀ ਹੈ। ਤਰੱਕੀ ਜਿਹੜੀ ਆ ਉਹ ਇੱਕ ਔਰਤ ਇੰਨਾ ਅੱਛੀ ਪਰਫਾਰਮੈਂਸ ਕਰ ਰਹੀ ਹੈ, ਕਿਉਂ ਨਹੀਂ ਅਸੀਂ ਸਾਡੇ ਉਸ ਪੱਖ ਨੂੰ ਦੇਖਦੇ। ਅਸੀਂ ਹਮੇਸ਼ਾ ਸਿਰਫ ਇੱਕੋ ਹੀ ਨੂੰ ਦੇਖਦੇ ਕਿ ਮਰਦ। ਮਰਦ ਨੇ ਹੁਣ ਕੀ ਕੀਤਾ, ਨਸ਼ਿਆਂ ਵਿੱਚ ਫਸ ਗਏ। ਅੱਧਾ ਪੰਜਾਬ ਸਾਡਾ ਜਿਹੜਾ ਨੌਜਵਾਨ ਜਿਹੜੇ ਆ ਉਹ ਨਸ਼ਿਆਂ 'ਚ ਫਸ ਕੇ ਖਤਮ ਹੋ ਗਏ। ਪਰ ਸਟਿਲ ਲੜਕੀਆਂ ਜਿਹੜੀਆਂ ਉਹ ਆਪਣੀ ਜ਼ਿੰਮੇਵਾਰੀ ਲਈ ਪੂਰੀਆਂ ਕੇਅਰਫੁਲ ਹੈ, ਉਹਨਾਂ ਨੂੰ ਪਤਾ ਹੈ ਕਿ ਅਸੀਂ ਕੀ ਕਰਨਾ। ਔਰ ਲੜਕੀਆਂ ਜੋ ਅੱਜ ਵੀ ਆਪਣੇ ਮਾਂ-ਬਾਪ ਦਾ, ਸਮਾਜ ਦਾ, ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਜਿਸ ਵੀ ਫੀਲਡ 'ਚ ਜਾਂਦੀਆਂ, ਬਟ ਫਿਰ ਵੀ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਿਹਾ। ਇਹ ਸਭ ਕੁਝ ਹੋਣ ਦੇ ਬਾਵਜੂਦ ਮਤਲਬ ਅਸੀਂ ਆਪਣੀ ਮੈਂਟੈਲਿਟੀ ਨੂੰ ਇੰਨਾ ਡਿਵੈਲਪ ਹੀ ਨਹੀਂ ਕਰ ਸਕੇ ਹਾਲੇ ਤੱਕ। ਅਸੀਂ 21ਵੀਂ ਸਦੀ ਦੇ ਵਿੱਚ ਚੱਲ ਰਹੇ ਹਾਂ
ਅਸੀਂ ਨਹੀਂ ਡਿਵੈਲਪ ਕਰ ਸਕੇ। ਮੇਰੇ ਖਿਆਲ ਦੇ ਵਿੱਚ ਅਸੀਂ ਕਹਿੰਦੇ ਨੇ ਕਿ ਜੀ ਵਿਸ਼ਵ ਗੁਰੂ ਬਣਨ ਦੇ ਜਾ ਰਹੇ ਹਾਂ ਅਸੀਂ। ਵਿਸ਼ਵ ਗੁਰੂ ਕਾਹਦੇ ਹਾਂ ਅਸੀਂ? ਸਾਨੂੰ ਸਾਡੀ ਸਟਰੈਂਥ ਦਾ ਹੀ ਨਹੀਂ ਪਤਾ ਵੀ ਸਾਡੀ ਮੇਨ ਸਟਰੈਂਥ ਕਿੱਥੋਂ ਆ ਰਹੀ ਹੈ, ਕੀ ਸਟਰੈਂਥ ਹੈ ਸਾਡੀ। ਇਸ ਟਾਈਮ 'ਚ ਦੇਖਿਆ ਜਾਵੇ ਅਜੋਕੇ ਸਮਾਜ 'ਚ ਤੁਸੀਂ ਕਿਸੇ ਵੀ ਸਟੇਟ ਵਿੱਚ ਚਲੇ ਜਾਓ, ਲੜਕੀਆਂ ਮੈਰਿਟ ਵਿੱਚ ਸਭ ਤੋਂ ਉੱਪਰ, ਮੁੰਡਿਆਂ ਤੋਂ ਅੱਗੇ ਹੈ। ਤੇ ਫਿਰ ਜੇ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ, ਫਿਰ ਅਸੀਂ ਵਿਸ਼ਵ ਗੁਰੂ ਕਿੱਦਾਂ ਬਣ ਜਾਵਾਂਗੇ? ਕਿੱਦਾਂ ਬਣਿਆ ਜਾ ਸਕਦਾ? ਇਹ ਸਾਡੇ ਲਈ ਕੁਐਸਚਨ ਮਾਰਕ ਹੈ ਕਿ ਸਾਨੂੰ ਇਹ ਨਹੀਂ ਪਤਾ ਕਿ ਸਾਨੂੰ ਬੈਨੀਫਿਟ ਕਿੱਥੋਂ ਮਿਲ ਰਿਹਾ। ਬੈਨੀਫਿਟ ਸਮਾਜ ਜਿਹੜਾ ਉਹਦਾ ਚਿਹਰਾ ਮੋਹਰਾ ਬਣਾਉਣ ਲਈ ਕੌਣ ਅੱਗੇ ਜਾ ਰਿਹਾ। ਅੱਜ ਦੀ ਡੇਟ 'ਚ ਦੇਖਿਆ ਜਾਵੇ ਤੇ ਪੰਜਾਬ ਦੇ ਵਿੱਚ ਫਿਲਮਾਂ ਵੀ ਇਦਾਂ ਦੀਆਂ ਬਣ ਗਈਆਂ ਨਸ਼ੇ ਦੇ ਉੱਤੇ, ਔਰ ਬਾਲੀਵੁੱਡ 'ਚ ਵੀ ਇਦਾਂ ਦੀਆਂ ਫਿਲਮਾਂ ਆ ਰਹੀਆਂ ਜਿਹੜੀਆਂ ਨਸ਼ਾ ਦਿਖਾ ਰਹੀਆਂ, ਤੇ ਲੱਖਾਂ ਨੌਜਵਾਨ ਜਿਹੜੇ ਇਹਦੇ ਵਿੱਚ ਕੈਦ ਹੋ ਗਏ। ਇੱਕ ਪਾਸੇ ਨੌਜਵਾਨ ਤੇ ਜਿਹੜੇ ਆ ਉਹ ਅਸੀਂ ਨਸ਼ੇ ਵੱਲ ਨੂੰ ਤੋੜ ਦਿੱਤੇ ਆ, ਤੁਰ ਗਏ ਆ ਸਾਡੇ ਹਾਲਾਤਾਂ ਕਰਕੇ, ਸਾਡੀਆਂ ਗਲਤ ਨੀਤੀਆਂ ਕਰਕੇ, ਠੀਕ ਹੈ। ਔਰ ਦੂਸਰੇ ਪਾਸੇ ਔਰਤਾਂ ਨੂੰ ਅਸੀਂ ਸਪੋਰਟ ਨਹੀਂ ਕਰ ਰਹੇ, ਤੇ ਅਸੀਂ ਇੱਛਾ ਰੱਖਦੇ ਕਿ ਅਸੀਂ ਦੁਨੀਆ ਉੱਤੇ ਜਿੱਤ ਪਾ ਲਈਏ। ਘਰ ਵਿੱਚ ਹੀ ਉਹਨਾਂ ਦੇ ਟੈਲੈਂਟ ਨੂੰ ਮਤਲਬ ਦਬਾਤਾ ਜਾਂਦਾ। ਹਾਂ, ਜੇ ਲੜਕੀ ਦੇ ਵਿੱਚ ਕੋਈ ਟੈਲੈਂਟ ਹੈ ਉਹ ਕਹਿੰਦੇ ਰਹਿਣ ਤੇ ਤੂੰ ਕੀ ਕਰਨਾ। ਅਗਰ ਉਹ ਸਿੰਗਿੰਗ ਕਰਨਾ ਚਾਹੁੰਦੀ ਤਾਂ ਕਹਿ ਦਿੰਦੇ ਨਹੀਂ ਅਸੀਂ ਨਹੀਂ ਕਰਾਉਣੀ, ਸਾਨੂੰ ਪਸੰਦ ਨਹੀਂ ਆ। ਮਤਲਬ ਪਾਪਾ ਵੀ ਕਈ ਵਾਰੀ ਕਹਿ ਦਿੰਦੇ, ਕਈ ਵਾਰੀ ਮਦਰ ਵੀ। ਮੈਂ ਖੁਦ ਦੇਖਿਆ ਇਸ ਤਰ੍ਹਾਂ ਆਪਣੀਆਂ ਫਰੈਂਡਸ ਨੂੰ, ਇੰਨੀਆਂ ਅੱਛੀਆਂ ਸਿੰਗਰ, ਲੇਕਿਨ ਘਰ 'ਚ ਹੀ ਮਾਹੌਲ ਉੱਦਾਂ ਦਾ ਕਿ ਨਹੀਂ ਅਸੀਂ ਇਸ ਚੀਜ਼ ਨੂੰ ਸਪੋਰਟ ਹੀ ਨਹੀਂ ਕਰ ਸਕਦੇ। ਅਗਰ ਉਹ ਡਾਂਸ ਵਧੀਆ ਕਰ ਸਕਦੀਆਂ, ਮਤਲਬ ਇਸ ਤਰ੍ਹਾਂ ਵੀ ਉਹਨਾਂ ਨੂੰ ਸਪੋਰਟ ਕਰਨਾ ਚਾਹੀਦਾ ਕਿ ਉਹਨਾਂ ਦੇ ਟੈਲੈਂਟ ਨੂੰ ਮਤਲਬ ਹੋਰ ਉਭਾਰਨਾ ਚਾਹੀਦਾ ਕਿ ਅੱਗੇ ਵੱਧ ਕੇ ਆਵੇ, ਕਿਉਂਕਿ ਉਸ ਖੇਤਰ ਵਿੱਚ ਵੀ ਉਹ ਕਾਮਯਾਬ ਹੋ ਸਕਦੇ ਆ। ਜ਼ਰੂਰੀ ਨਹੀਂ ਐਜੂਕੇਸ਼ਨ, ਮਤਲਬ ਸਿੰਗਿੰਗ ਹੋ ਗਿਆ, ਡਾਂਸਿੰਗ, ਕਈ ਜਿਸ ਤਰ੍ਹਾਂ ਪੀਟੀ ਊਸ਼ਾ ਕਿੰਨੀ ਅੱਛੀ ਉਹ ਹੈ ਨਾ ਹਰ ਜਗ੍ਹਾ ਤੇ ਉਹ ਕਰ ਸਕਦੀਆਂ ਕੁਛ ਨਾ ਕੁਛ। ਪਰ ਉਹ ਇਹ ਨਾ ਕਿ ਘਰੋਂ ਹੀ ਕਈ ਵਾਰੀ ਉਹਨਾਂ ਨੂੰ ਸਪੋਰਟ ਹੀ ਨਹੀਂ ਕਰਦਾ ਹੈਗਾ, ਕਰਦੇ ਦਬਾ ਦਿੰਦੇ ਉਹਨਾਂ ਦੇ ਟੈਲੈਂਟ ਨੂੰ। ਟੈਲੈਂਟ ਦੱਬਿਆ ਜਾਂਦਾ ਹੈ, ਔਰ ਔਰਤਾਂ ਨੂੰ ਜਾਂ ਗਰਲਸ ਨੂੰ ਜਾਂ ਸਾਡੀਆਂ ਫੀਮੇਲ ਨੂੰ ਉਹ ਜੋ ਹੈ ਸਥਾਨ ਨਹੀਂ ਮਿਲ ਪਾਉਂਦਾ ਸਮਾਜ ਦੇ ਵਿੱਚ, ਜਿਹੜਾ ਸਾਨੂੰ ਦੇਣਾ ਚਾਹੀਦਾ ਹੈ। ਤੇ ਮੁੱਖ ਦੀ ਗੱਲ ਤੇ ਇਹ ਹੈ ਕਿ ਅਸੀਂ ਜੋ ਇਸ ਟੌਪਿਕ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਕਿ ਕਿਸੇ ਇੱਕ ਮੈਂਬਰ ਦਾ ਜਾਂ ਇੱਕ ਫੈਮਿਲੀ ਨਹੀਂ, ਇਕੱਲੀ ਇਹ ਫੈਮਿਲੀ ਨਹੀਂ ਕਵਾਂਗੇ, ਕਿਉਂਕਿ ਪਰਿਵਾਰ ਗਰੀਬੀ ਨੇ, ਗਰੀਬੀ ਰੇਖਾ ਦੇ ਵਿੱਚ ਵੀ ਜੀ ਰਹੇ ਆ, ਔਰ ਉਹਨਾਂ ਦੇ ਬੱਚੇ ਬਹੁਤ ਟੈਲੈਂਟਡ ਆ, ਠੀਕ ਹੈ। ਜੇ ਪਰਿਵਾਰ ਨਹੀਂ ਕਰ ਸਕਦਾ ਤੇ ਐਟਲੀਸਟ ਚਾਹੇ ਉਹ ਕਿਸੇ ਵੀ ਫੀਲਡ, ਚਾਹੇ ਉਹ ਅੱਜ ਅਸੀਂ ਸਿਰਫ ਕ੍ਰਿਸਚੈਨਿਟੀ ਦੀ ਗੱਲ ਨਹੀਂ ਕਰਾਂਗੇ, ਅਸੀਂ ਓਵਰਆਲ ਸਮਾਜ ਦੀ ਗੱਲ ਕਰਾਂਗੇ। ਸਾਡਾ ਤਾਂ ਚਲੋ ਕੈਥੋਲਿਕ ਚਰਚ ਵੀ ਜਿਹੜਾ ਉਹ ਵੈਲ ਜਿਹਨੂੰ ਕਹਿ ਸਕਦੇ ਸੈਟਲਡ ਹੈ, ਐਜੂਕੇਸ਼ਨ ਦੇ ਖੇਤਰ ਦੇ ਵਿੱਚ ਅਸੀਂ ਬਹੁਤ ਵੱਡਾ ਯੋਗਦਾਨ ਦੇ ਰਹੇ ਹਾਂ ਇੰਡੀਆ ਦੇ ਵਿੱਚ। ਉਹਦੇ ਇਲਾਵਾ ਅਸੀਂ ਹੈਲਥ ਦੇ ਵਿੱਚ ਬਹੁਤ ਵੱਡਾ ਯੋਗਦਾਨ ਦੇ ਰਹੇ ਹਾਂ। ਹੁਣ ਤੇ ਸਾਡੇ ਕੋਲ ਅਸੀਂ ਆਈਟੀ ਦੇ ਖੇਤਰ 'ਚ ਵੀ ਅੱਗੇ ਜਾ ਰਹੇ ਹਾਂ, ਤੇ ਸਾਡਾ ਜੋ ਹੈ ਚਰਚ, ਸਾਡੀ ਕਲੀਸਿਆ ਜਿਹੜੀ ਉਹ ਸਪੋਰਟ ਕਰ ਸਕਦੀ ਹੈ ਕਿ ਅਸੀਂ ਆਪਣੀਆਂ ਬੱਚੀਆਂ ਨੂੰ ਜਿਹੜਾ ਅੱਗੇ ਵਧਾ ਸਕੀਏ। ਪਰ ਇਹਦੇ ਇਲਾਵਾ ਦੂਜਿਆਂ ਧਰਮਾਂ ਦੇ ਵਿੱਚ ਵੀ, ਚਾਹੇ ਉਹ ਸਿੱਖ ਧਰਮ ਹੋਵੇ, ਹਿੰਦੂ ਧਰਮ ਹੋਵੇ, ਲੜਕੀ ਤੇ ਲੜਕੀ ਹੈ, ਇਨਸਾਨ ਤੇ ਇਨਸਾਨ ਹੈ। ਉਹਨਾਂ ਦੀਆਂ ਸੰਸਥਾਵਾਂ ਵੀ ਇੱਦਾਂ ਦੇ ਉਪਰਾਲੇ ਕਰ ਸਕਦੀਆਂ ਉਹਨਾਂ ਦੇ ਉਥਾਨ ਦੇ ਵਾਸਤੇ, ਉਹਨਾਂ ਦੀ ਗਰੋਥ ਵਾਸਤੇ। ਚਾਹੇ ਕੋਈ ਵੀ ਧਰਮ ਹੈ ਉਹਦੇ ਵਿੱਚ ਉਹ ਆਪਣੇ ਆਪਣੇ ਤੌਰ ਤੇ ਸਮਾਜ ਬਹੁਤ ਵੱਡਾ ਯੋਗਦਾਨ ਦੇ ਸਕਦਾ ਹੈ ਜੇ ਕਰਨਾ ਚਾਹਵੇ ਤਾਂ। ਤੇ ਇਹ ਪ੍ਰੋਗਰਾਮ ਸਿਰਫ ਇਸ ਸੰਦੇਸ਼ ਲਈ ਹੀ ਅਸੀਂ ਬਣਾ ਰਹੇ ਹਾਂ ਕਿ ਅਸੀਂ ਸਾਰੇ ਜਣੇ ਮਿਲ ਕੇ ਇਕੱਲੇ ਇੱਕ ਪਰਿਵਾਰ ਤੇ ਨਾ ਡਿਪੈਂਡ ਰਹੀਏ ਕਿ ਉਹਦਾ ਪਰਿਵਾਰ ਉਹਨੂੰ ਵਧਾਵੇ, ਉਹਦਾ ਪਰਿਵਾਰ ਜਿਹੜਾ ਅੱਗੇ ਲੈ ਕੇ ਆਵੇ। ਤੇ ਇਹਦੇ ਲਈ ਸਾਡੇ ਪਰਿਵਾਰਾਂ ਦੇ ਨਾਲ ਨਾਲ ਸਾਨੂੰ ਸਮਾਜ ਦੀ ਵੀ ਲੋੜ ਹੈ ਕਿ ਸਮਾਜ ਕਿਸੇ ਨਾ ਕਿਸੇ ਤਰੀਕੇ ਨਾਲ ਕੁਛ ਇੱਦਾਂ ਦੇ ਪਲਾਨ ਕਰੇ ਤਾਂ ਜੋ ਸਾਡੀਆਂ ਜੋ ਭੈਣਾਂ ਨੇ ਜਾਂ ਸਾਡੀਆਂ ਲੜਕੀਆਂ ਹੈ ਜੋ ਉਹ ਅੱਗੇ ਆ ਸਕਣ ਔਰ ਸਮਾਜ ਦੀ ਔਰ ਦੇਸ਼ ਦੀ ਤਰੱਕੀ ਦੇ ਵਿੱਚ ਵੱਡਾ ਯੋਗਦਾਨ ਪਾ ਸਕਣ। ਤੇ ਇਹਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨੇ ਚਾਹੀਦੇ ਆ। ਔਰ ਜਿੰਨੇ ਲੋਕ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ, ਮੈਂ ਰਿਕੁਐਸਟ ਕਰਦਾ ਹਾਂ ਕਿ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ, ਕਿਉਂਕਿ ਇਹ ਕਾਮਨ ਪ੍ਰੋਗਰਾਮ ਹੈ। ਦਿਸ ਇਜ਼ ਨਾਟ ਓਨਲੀ ਦਾ ਕ੍ਰਿਸਚਨ ਪ੍ਰੋਗਰਾਮ, ਕ੍ਰਿਸਚਨ ਚੈਨਲ ਤੇ ਜ਼ਰੂਰ ਚੱਲ ਰਿਹਾ, ਲੇਕਿਨ ਇਹ ਕਾਮਨ ਹੈ। ਇੱਕ ਔਰਤ ਜਿਹੜੀ ਸਾਡੀ ਹੈ, ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਅਸੀਂ ਉਹਦੇ ਗਰੋਥ ਬਾਰੇ ਗੱਲ ਕਰਨੀ ਚਾਹੁੰਦੇ ਹਾਂ। ਅਸੀਂ ਸਮਾਜ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਅਸੀਂ ਸਾਰੇ ਮਿਲ ਕੇ ਕੁਛ ਇੱਦਾਂ ਦੇ ਉਪਰਾਲੇ ਕਰੀਏ, ਮਿਲ ਕੇ ਕੁਛ ਇੱਦਾਂ ਦੇ ਕੰਮ ਕਰੀਏ, ਤਾਂ ਹੀ ਅਸੀਂ ਕਹਿ ਸਕਦੇ ਕਿ ਅਸੀਂ ਇੱਕ ਅੱਛਾ, ਮਤਲਬ ਜਿਹਨੂੰ ਕਹਿ ਸਕਦੇ ਕਿ ਫਾਸਟ ਗਰੋਇੰਗ ਕੰਟਰੀ ਹੈ ਨਾ। ਗਰੋਇੰਗ ਕੰਟਰੀ ਕਿਸੇ ਇੱਕ ਫੀਲਡ ਵਿੱਚ ਨਹੀਂ ਹੁੰਦਾ, ਗਰੋਥ ਦਾ ਮਤਲਬ ਹੈ ਸਾਰੀਆਂ ਫੀਲਡਸ ਵਿੱਚ, ਉਹ ਸਾਰਿਆਂ ਦੇ ਨਾਲ। ਜਿੱਦਾਂ ਇੱਕ ਸਾਡੇ ਪ੍ਰਧਾਨ ਮੰਤਰੀ ਜੀ ਨੇ ਇੱਕ सबका साथ सबका विकास, सबका साथ तो हो गया लेकिन सबका विकास नहीं हो पा रहा, ठीक है। तो ये साडे लिए भी एक क्वेश्चन मार्क है कि असी की योगदान पा रहे हैं सब का विकास करने लिए। साडे मंदिरां नूं, गुरुद्वारियां नूं,
ਗੁਰਦੁਆਰਿਆਂ ਦੀਆਂ ਕਮੇਟੀਆਂ ਨੂੰ, ਮੰਦਰਾਂ ਦੀਆਂ ਕਮੇਟੀਆਂ ਨੂੰ, ਸਾਡੇ ਚਰਚਸ ਦੀਆਂ ਕਮੇਟੀਆਂ, ਚਰਚ ਨੂੰ, ਔਰ ਸਾਡੇ ਆਮ ਸਮਾਜਿਕ ਜਿਹੜੇ ਸਾਡੇ ਵੈਲਥੀ ਲੋਕ ਆ ਜਿਨ੍ਹਾਂ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ, ਉਹ ਸੋਚ ਰਹੇ ਕਿ ਅਸੀਂ ਸਾਡਾ ਪੈਸਾ ਜੋ ਉਹ ਚੈਰਿਟੀ ਕਿੱਥੇ ਕਰੀਏ। ਸਾਨੂੰ ਬਾਹਰ ਚੈਰਿਟੀਆਂ ਕਰਨ ਦੀ ਐਡੀ ਲੋੜ ਨਹੀਂ ਹੈ। ਸਮਾਜ ਦੇ ਵਿੱਚ ਕੁਝ ਇਦਾਂ ਦੇ ਉਪਰਾਲੇ ਕਰੀਏ ਕਿ ਸਾਡੇ ਜ਼ਰੂਰਤਮੰਦ ਜਿੱਥੇ ਲੋੜ ਹੈ ਸਾਡਾ ਪੈਸਾ ਉਸ ਜਗ੍ਹਾ ਤੇ ਖਰਚ ਹੋਵੇ। ਤਾਂ ਹੀ ਅਸੀਂ ਪ੍ਰਾਊਡ ਨਾਲ ਕਹਿ ਸਕਦੇ ਹਾਂ ਕਿ ਅਸੀਂ ਇੱਕ ਅੱਛੇ ਦੇਸ਼ ਦੇ ਵਾਸੀ ਹਾਂ ਔਰ ਇੱਕ ਜ਼ਿੰਮੇਦਾਰ ਦੇਸ਼ ਵਾਸੀ ਹਾਂ। ਸੋ ਸਿਸਟਰ ਜੀ, ਮੈਂ ਇੱਕ ਹੋਰ ਕੁਐਸਚਨ ਪੁੱਛਣਾ ਚਾਹੁੰਦਾ ਕਿ ਜੋ ਔਰਤ ਹੈ, ਮਤਲਬ ਤੁਸੀਂ ਕੀ ਦੇਖਦੇ ਆ ਕਿ ਔਰਤ ਹੁਣ ਦੇ ਸਮਾਜ ਦੇ ਵਿੱਚ ਕਿੰਨੇ ਕੁ % ਜਿਹੜੀ ਔਰਤ ਜਿਹੜੀ ਕਾਮਯਾਬ ਹੋਈ ਹੈ, ਕਿ ਉਹਨੂੰ ਕੋਈ ਜਗ੍ਹਾ ਮਿਲੀ ਹੈ ਅੱਜ ਕੱਲ੍ਹ ਦੇ ਸਮਾਜ ਦੇ ਵਿੱਚ? ਮਤਲਬ ਕਿ ਹੁਣ ਮੌਜੂਦਾ ਸਮਾਂ ਚੱਲ ਰਿਹਾ, ਕਿਤੇ ਕਾਮਯਾਬ ਕਿੰਨੇ ਕੁ % ਕਾਮਯਾਬ ਹੋਈ ਹੈ? ਪਰਸੈਂਟੇਜ ਤਾਂ ਨਹੀਂ ਮੈਂ ਬੋਲ ਸਕਾਂਗੀ ਕਿ ਕਿੰਨੇ % ਤੱਕ, ਕੀ ਤੁਸੀਂ ਪੁੱਛਿਆ? ਮੈਂ ਇਹ ਪੁੱਛਿਆ ਕਿ ਵੀ ਕਿੰਨਾ ਕੁ ਡਿਵੈਲਪ ਹੋ ਗਈਆਂ, ਕਿੰਨੀ ਕੁ ਲੋੜ ਹੈ, ਕਿੰਨਾ ਅਟੇਨ ਕਰ ਲਿਆ ਉਹਨਾਂ ਨੇ। ਸ਼ਹਿਰੀ ਖੇਤਰ ਦੇ ਵਿੱਚ ਹੀ ਜ਼ਿਆਦਾਤਰ ਜੋ ਔਰਤ ਹੈ, ਖੇਤਰ ਦੇ ਵਿੱਚ ਤੇ ਲੜਕੀਆਂ ਔਰਤਾਂ ਬਹੁਤ ਅੱਗੇ ਨੇ, ਨੋ ਡਾਊਟ। ਪਿੰਡਾਂ ਵਿੱਚ ਹਾਲੇ ਪਿੰਡਾਂ ਥੋੜਾ ਪਿੱਛੇ ਹੈ, ਹਾਂਜੀ। ਲੇਕਿਨ ਸ਼ਹਿਰਾਂ ਵਿੱਚ ਵੀ ਜੇ ਆਪਾਂ ਦੇਖਾਂਗੇ ਤੇ ਥੋੜਾ ਸੁਪਰਫੀਸ਼ੀਅਲ ਹੈ ਉਹਨਾਂ ਦੀ ਤਰੱਕੀ। ਸੁਪਰਫੀਸ਼ੀਅਲ ਮਤਲਬ ਸਰਫੇਸ ਤੇ ਨਜ਼ਰ ਆਉਂਦੀ ਹੈ, ਪਰ ਅਸਲ ਵਿੱਚ ਜਿਵੇਂ ਗੀਤੂ ਨੇ ਵੀ ਹੁਣੇ ਬੋਲਿਆ, ਠੀਕ ਬੋਲਿਆ, ਕਿ ਘਰ ਵਿੱਚੋਂ ਮਾਪੇ ਹੀ ਉਹਨਾਂ ਦੇ ਟੈਲੈਂਟ ਨੂੰ ਦਬਾ ਲੈਂਦੇ ਆ, ਉਹਨਾਂ ਦੀਆਂ ਇੱਛਾਵਾਂ ਨੂੰ ਦਬਾ ਲੈਂਦੇ ਆ। ਇਹ ਸ਼ਹਿਰਾਂ 'ਚ ਵੀ ਹੋ ਰਿਹਾ ਜੀ, ਸ਼ਹਿਰਾਂ 'ਚ ਵੀ ਹੋ ਰਿਹਾ। ਫਿਰ ਜੌਬ ਕਰਨੀ ਜ਼ਰੂਰਤ ਬਣ ਗਈ, ਮਜਬੂਰੀ ਬਣ ਗਈ। ਜੌਬ ਲੜਕੀਆਂ ਕਰਦੀਆਂ, ਮੈਰਿਡ ਲੇਡੀਜ਼ ਵੀ ਕਰਦੀਆਂ ਪਈਆਂ, ਜੌਬ ਕਰਨੀ ਮਜਬੂਰੀ ਹੈ। ਪਰ ਜੌਬ ਦਾ ਮਤਲਬ ਇਹ ਨਹੀਂ ਹੈ ਕਿ ਫੁੱਲੀ ਡਿਵੈਲਪ ਹੋ ਚੁੱਕੀ, ਹਾਂਜੀ। ਇਹ ਨਹੀਂ ਆਪਾਂ ਕਹਿ ਸਕਦੇ। ਜੌਬ ਮਜਬੂਰੀ ਬਣ ਗਈ ਕਿਉਂਕਿ ਇੰਨੇ ਸਾਰੇ ਲੋਨ ਲੈ ਲੈਣੇ, ਕਿਸੇ ਤਰੀਕੇ ਘਰ ਦਾ ਸਿਸਟਮ ਚਲਾਉਣਾ, ਉਹ ਕਰਨੀ ਪੈਂਦੀ। ਲੇਕਿਨ ਉਹਦੇ ਨਾਲ ਹੀ ਨਾਲ ਉਹਦੀ ਮਨ ਦੀ ਕੀ ਅਵਸਥਾ ਹੈ, ਕਿ ਉਹ ਪੂਰੀ ਤਰ੍ਹਾਂ ਖੁਸ਼ ਹੈ, ਕਿ ਪਰਿਵਾਰ ਵੱਲੋਂ ਉਹਨੂੰ ਪੂਰੀ ਸਪੋਰਟ ਹੈ, ਔਰ ਉਹਦੇ ਇਸ ਸੈਕਰੀਫਾਈਸ ਨੂੰ, ਰੋਲ ਨੂੰ ਕੀ ਇੱਜ਼ਤ ਮਿਲਦੀ ਹੈ। ਇਹ ਸਭ ਗੱਲਾਂ ਵੀ ਦੇਖਣ ਵਾਲੀਆਂ ਮੇਰੇ ਖਿਆਲ ਦੇ ਵਿੱਚ। ਤੇ ਇਸ ਵਿਸ਼ੇ ਦੇ ਵਿੱਚ ਮੈਂ ਕਹਾਂਗੀ ਕਿ ਬਹੁਤ ਸਾਰਾ ਅਜੇ ਰਸਤਾ ਤੈਅ ਕਰਨ ਵਾਲਾ ਬਾਕੀ ਹੈ। ਜੀ। ਸੋ ਦਰਸ਼ਕੋ, ਜਿਸ ਤਰ੍ਹਾਂ ਕਿ ਸਾਡੀ ਸਿਸਟਰ ਨੇ ਦੱਸਿਆ ਕਿ ਸ਼ਹਿਰਾਂ ਵਿੱਚ ਪਿੰਡਾਂ ਦੇ ਮੁਕਾਬਲੇ ਤਰੱਕੀ ਔਰਤਾਂ ਦੀ ਜ਼ਿਆਦਾ ਹੈ ਔਰ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਹੀਆਂ, ਲੇਕਿਨ ਕੁਝ ਇੱਦਾਂ ਦੇ ਵੀ ਸਟੈਪ ਲੈ ਜਾਂਦੇ ਕਿ ਉਹ ਥੋੜ੍ਹਾ ਜਿਹਾ ਜ਼ਿਆਦਾ ਹੀ ਡਿਪਰੈਸ਼ਨ 'ਚ ਆ ਜਾਂਦੀਆਂ ਹੈ ਨਾ, ਜ਼ਿਆਦਾ ਜ਼ਿੰਮੇਵਾਰੀਆਂ ਸਿਰ 'ਤੇ ਲੈ ਲੈਂਦੀਆਂ, ਬਜਾਏ ਮਰਦ ਦੇ ਕਿ ਉਹ ਜ਼ਿੰਮੇਵਾਰੀਆਂ ਪੂਰੀਆਂ ਨਿਭਾਵੇ। ਔਰਤ ਕਹਿੰਦੀ ਕਿ ਮੈਂ ਹੀ ਨਿਭਾ ਲਵਾਂ ਸਾਰੀਆਂ ਜ਼ਿੰਮੇਵਾਰੀਆਂ, ਡਬਲ ਹੋ ਜਾਂਦੀ ਹੈ। ਠੀਕ ਹੈ, ਤੇ ਉਹਦਾ ਕਰਕੇ ਵੀ ਔਰਤ ਜੋ ਹੈ ਡਿਪਰੈਸ਼ਨ 'ਚ ਹੈ, ਪਰੇਸ਼ਾਨੀ 'ਚ ਹੈ, ਜਿਹਦੇ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ। ਔਰਤ ਯਾਨੀ ਕਿ ਕੁਝ ਆਪਣੀਆਂ ਖਰੀਦੀਆਂ ਹੋਈਆਂ ਸਮੱਸਿਆਵਾਂ ਵੀ ਜਿਹੜੀਆਂ ਉਹਦੇ 'ਤੇ ਹੈਗੀਆਂ, ਇਹ ਚੀਜ਼ ਤੁਸੀਂ ਕਹਿ ਰਹੇ ਨਾ। ਹਾਂ, ਤੇ ਇਹ ਸਾਡੀਆਂ ਭੈਣਾਂ ਨੂੰ ਵੀ ਚਾਹੀਦਾ ਹੈ ਕਿ ਉਹ ਇੱਕ ਅੱਛਾ ਬੈਲੈਂਸ ਬਣਾ ਕੇ ਚੱਲਣ, ਠੀਕ ਹੈ, ਸਮਾਜ ਦੇ ਵਿੱਚ ਆਪਣੀ ਪਹਿਚਾਣ ਬਣਾਉਣ ਦੇ ਲਈ ਖਾਸ ਜਿਹੜਾ ਉਹ ਮਤਲਬ ਇੰਨਾ ਜ਼ਿਆਦਾ ਨਾ ਆਪਣੇ ਆਪ ਨੂੰ ਤੁਸੀਂ ਖਤਮ ਕਰ ਦਿਓ ਕਿਸੇ ਚੀਜ਼ ਦੇ ਵਿੱਚ ਕਿ ਤੁਹਾਡਾ ਵਜੂਦ ਹੀ ਖਤਮ ਹੋ ਜਾਏ। ਬਿਲਕੁਲ। ਠੀਕ ਹੈ। ਤੇ ਸਿਸਟਰ ਜੀ, ਇੱਕ ਚੀਜ਼ ਹੋਰ ਵੀ ਹੈ ਕਿ ਸਾਡੇ ਤੁਸੀਂ ਕਿਸੇ ਵੀ ਫੀਲਡ 'ਚ ਚਲੇ ਜਾਓ, ਕਿਸੇ ਸੈਕਟਰ 'ਚ ਚਲੇ ਜਾਓ, ਔਰਤਾਂ ਦੇ ਨਾਲ ਭੇਦਭਾਵ ਵੀ ਹੁੰਦਾ ਹੈ। ਬਿਲਕੁਲ, ਹਾਂਜੀ ਬਿਲਕੁਲ ਹਾਂਜੀ। ਤੇ ਸਿਸਟਰ ਰੀਟਾ ਸੁਬਰਾਏ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਦਰਸ਼ਕ ਵੀ ਤੁਹਾਡੇ ਤੋਂ ਜਾਣਨਾ ਚਾਹੁੰਦੇ ਕਿ ਕਿੱਦਾਂ ਦਾ ਤੁਸੀਂ ਇਹਨੂੰ ਕੀ ਐਕਸਪਲੇਨ ਕਿਸ ਤਰ੍ਹਾਂ ਕਰੋਗੇ ਕਿ ਕਿੱਦਾਂ ਦੇ ਭੇਦਭਾਵ ਹੁੰਦੇ ਆ ਔਰਤਾਂ ਦੇ ਨਾਲ? ਜਿਵੇਂ ਕਿ ਦੇਖ ਲਓ, ਜਦੋਂ ਕੁੜੀ ਦਾ ਬਰਥ ਹੀ ਹੁੰਦਾ ਆ, ਉਦੋਂ ਹੀ ਫਸਟ ਤਾਂ ਉਦੋਂ ਹੀ ਵਿਤਕਰਾ ਕੀਤਾ ਜਾਂਦਾ ਆ, ਕਿਉਂਕਿ ਜਦੋਂ ਲੜਕਾ ਪੈਦਾ ਹੁੰਦਾ ਤਾਂ ਲੋਕੀ ਲੱਡੂ, ਬਰਫੀ ਵਗੈਰਾ ਦਿੰਦੇ, ਤੇ ਜਦੋਂ ਕੁੜੀ ਦਾ ਬਰਥ ਹੁੰਦਾ ਆ ਤੇ ਉਹਨਾਂ ਦਾ ਮੂੰਹ ਹੀ ਅਫਸੋਸ ਦੇ ਨਾਲ ਭਰ ਜਾਂਦਾ ਹੈ ਹਨਾ। ਤੇ ਫਸਟ ਤਾਂ ਇੱਥੋਂ ਹੀ ਵਿਤਕਰਾ ਹੋ ਜਾਂਦਾ ਨਾ। ਫਿਰ ਜਦੋਂ ਖੁਰਾਕ ਦੀ ਵਾਰੀ ਆਉਂਦੀ ਆ ਕਿ ਚਲੋ ਇਹਨਾਂ ਨੂੰ ਆਪਾਂ ਇਹਨਾਂ ਦਾ ਜਦੋਂ ਪਾਲਣ ਪੋਸ਼ਣ ਕਰੀਦਾ ਆ, ਤੇ ਚਲੋ ਮਾਵਾਂ ਤਾਂ ਨਹੀਂ ਕਰਦੀਆਂ ਬੱਚਿਆਂ ਦੇ ਲਈ, ਪਰ ਦਾਦੀਆਂ ਜਿਹੜੀਆਂ ਨਾ ਉਹ ਆਪਣੇ ਪੋਤੇ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੀਆਂ ਤੇ ਪੋਤੀ ਦੇ ਲਈ ਥੋੜਾ ਘੱਟ ਦਿੰਦੇ ਆ ਨਾ। ਇਦਾਂ ਵਿਤਕਰਾ ਕੀਤਾ ਜਾਂਦਾ। ਫਿਰ ਪੜ੍ਹਾਈ ਲਿਖਾਈ ਦੇ ਲਈ ਵੀ ਦੇਖ ਲਓ, ਪੜ੍ਹਾਈ ਤੇ ਲਿਖਾਈ ਦੇ ਲਈ ਚਲੋ ਇਹਨੇ ਆਪਣਾ ਇਹਨੇ ਵੰਸ਼ ਚਲਾਉਣਾ ਆ, ਇਸ ਲਈ ਇਹਨੂੰ ਉਹ ਦਿਓ, ਐਜੂਕੇਸ਼ਨ ਵਧੀਆ ਦਿਓ, ਵਧੀਆ ਤੋਂ ਵਧੀਆ ਸਕੂਲ ਦੇ ਵਿੱਚ ਪੜ੍ਹਾਓ। ਤੇ ਲੜਕੀ ਦੇ ਲਈ ਤਾਂ ਘੱਟ ਹੀ ਪੜ੍ਹਾਈ ਬੇਸ਼ੱਕ ਅੱਜ ਦੇ ਸਮਾਜ ਦੇ ਵਿੱਚ ਹੈਗੀ ਆ, ਲੇਕਿਨ ਕਈ ਪਿਛੜੇ ਪਿੰਡਾਂ ਦੇ ਵਿੱਚ ਜਿਹੜੇ ਹੈਗੇ ਨਾ ਅਜੇ ਵੀ ਕੁੜੀਆਂ ਦੇ ਲਈ ਵਿਤਕਰਾ ਕੀਤਾ ਜਾਂਦਾ ਹੈ। ਹਾਂਜੀ। ਵਿਤਕਰਾ ਤੇ ਮੇਰੇ ਖਿਆਲ ਦੇ ਵਿੱਚ ਸ਼ਹਿਰਾਂ 'ਚ ਵੀ ਸੇਮ ਹੀ ਕੀਤਾ ਜਾਂਦਾ ਹੈ।
ਕਿਉਂਕਿ ਡਿਸਕ੍ਰਿਮੀਨੇਸ਼ਨ ਉਸ ਸੇਮ ਲੈਵਲ ਦੇ ਉੱਤੇ ਹੈਗੀ ਹੈ, ਕਿਉਂਕਿ ਲੋਕਾਂ ਦੀ ਮੈਂਟੈਲਿਟੀ ਨਹੀਂ ਚੇਂਜ ਹੋਈ। ਬੇਸਿਕਲੀ ਤੇ ਸਾਨੂੰ ਜਿਹੜਾ ਹੈ ਉਹ ਸਾਡੀ ਮੈਂਟੈਲਿਟੀ ਨੂੰ ਚੇਂਜ ਕਰਨ ਦੀ ਲੋੜ ਹੈ। ਕਿਉਂਕਿ ਦੇਖੋ ਲੜਕੀਆਂ ਪੜ੍ਹ ਕੇ ਮੈਰਿਜ ਦਾ ਆਲਰੇਡੀ ਕਰ ਚੁੱਕੇ ਆਪਾਂ ਗੱਲ, ਕਿ ਮੈਰਿਟ ਦੇ ਵਿੱਚ ਉੱਪਰ ਆ ਸਾਰਿਆਂ ਤੋਂ, ਹਰ ਖੇਤਰ ਦੇ ਵਿੱਚ, ਚਾਹੇ ਉਹ ਕੋਈ ਸਪੇਸ ਦਾ ਹੋਵੇ, ਫਿਰ ਚਾਹੇ ਕੋਈ IT ਸੈਕਟਰ ਹੋਵੇ, ਚਾਹੇ ਸਾਡਾ ਕੋਈ ਡਿਫੈਂਸ ਸੈਕਟਰ ਹੋਵੇ, ਪ੍ਰਾਈਵੇਟ ਸੈਕਟਰ ਆ, ਠੀਕ ਹੈ, ਅੱਛੀਆਂ ਕੰਪਨੀਆਂ ਤੇ ਉੱਚੀਆਂ ਪੋਸਟਾਂ ਤੇ ਜਿਹੜੀਆਂ ਲੜਕੀਆਂ ਕੰਮ ਕਰ ਰਹੀਆਂ, ਫਿਰ ਵੀ ਸਾਨੂੰ ਜੋ ਹੈ ਡਿਮਾਂਡ ਇਹੀ ਹੁੰਦੀ ਹੈ ਕਿ ਲੜਕੀ ਨਹੀਂ, ਸਾਡੇ ਘਰ ਲੜਕਾ ਹੀ ਹੋਵੇ, ਲੜਕੇ ਹੀ ਹੋਵੇ। ਹਾਂਜੀ, ਠੀਕ ਹੈ। ਲੋਕਾਂ ਦੇ ਘਰ 4 ਲੜਕੀਆਂ 5 ਹੋ ਜਾਂਦੀਆਂ, ਬਟ ਫਿਰ ਦੇ ਆਰ ਵੇਟਿੰਗ ਫॉर ਅ ਬॉय, ਠੀਕ ਹੈ। ਔਰ ਜਦੋਂ ਬॉय ਪੈਦਾ ਹੁੰਦਾ ਤੇ ਉਹ ਘਰ ਨੂੰ ਹੀ ਖਤਮ ਕਰ ਦਿੰਦਾ ਹੈ। ਇਦਾਂ ਦੇ ਵੀ ਇਨਸੀਡੈਂਟ ਦੇਖੇ, ਪੂਰਾ ਘਰ ਹੀ ਦੇ ਵਿੱਚ ਤਾਂ ਸਟਿਲ ਲੋਕਾਂ ਦੀ ਇੱਕ ਡਿਜ਼ਾਇਰ ਹੀ ਹੁੰਦੀ ਹੈ, ਬਈ ਇਹ ਕਿ ਮੈਂਟੈਲਿਟੀ ਹੈ। ਜਦ ਤੱਕ ਇਹ ਸਾਡਾ ਇਹ ਭਰਮ ਜਿਹੜਾ ਸਾਨੂੰ ਇੱਧਰ ਨੂੰ ਲੈ ਕੇ ਜਾ ਰਿਹਾ ਕਾਲ ਵੱਲ ਨੂੰ, ਉਹ ਜਦ ਤੱਕ ਖਤਮ ਨਹੀਂ ਹੋਇਆ, ਤਦ ਤੱਕ ਸ਼ਾਇਦ ਹੀ ਜਿਹੜਾ ਉਹ ਸਾਨੂੰ ਇਸ ਖੇਤਰ ਦੇ ਵਿੱਚ ਕਾਮਯਾਬੀ ਮਿਲੇ। ਤੇ ਸਮੱਸਿਆਵਾਂ ਜਿਹੜੀਆਂ ਉਹ ਡੇ ਬਾਈ ਡੇ ਵੱਧਦੀਆਂ ਰਹਿੰਦੀਆਂ। ਔਰ ਜਿੱਦਾਂ ਆਪਾਂ ਪਹਿਲੇ ਵੀ ਗੱਲ ਕਰ ਚੁੱਕੇ ਹਾਂ ਕਿ ਕਿਸੇ ਵੀ ਸੈਕਟਰ 'ਚ ਜਾਈਏ ਤੇ ਉੱਥੇ ਕੋਈ ਨਾ ਕੋਈ ਵਿਤਕਰਾ ਜ਼ਰੂਰ ਹੁੰਦਾ ਹੈ ਲੜਕੀ ਹੋਣ ਦੇ ਕਾਰਨ, ਕਿ ਲੜਕੀ ਹੈ ਜੀ, ਇਹਨੂੰ ਜਿੱਦਾਂ ਗੀਤੂ ਜੀ ਨੇ ਦੱਸਿਆ ਸੀਗਾ ਕਿ ਸੈਲਰੀ ਦੇ ਵਿੱਚ ਵੀ ਡਿਫਰੈਂਸ ਹੈ, ਕਿ ਜੀ ਲੜਕੀ ਹੈ ਕੋਈ ਨਹੀਂ, ਇਹਨੂੰ ਇੰਨੀ ਸੈਲਰੀ ਦੇ ਦਿਓ, ਲੜਕਾ ਤਾਂ ਉਹਦੀ ਹਾਈ ਫਾਈ ਸੈਲਰੀ ਹੋ ਤੇ ਕੰਮ ਉਹਨੇ ਉਹੀ ਕਰਨਾ ਹੈ, ਉਹ ਹੋ ਸਕਦਾ ਉਹ ਤੋਂ ਘੱਟ ਵੀ ਕਰੇ, ਠੀਕ ਹੈ। ਵਰਕ ਆਵਰਸ ਵੀ ਸੇਮ ਹੁੰਦੇ ਆ, ਉੱਥੇ ਵੀ ਫਰਕ ਹੈ। ਫਰਕ ਅਸੀਂ ਕਿੱਦਾਂ ਦੂਰ ਕਰ ਸਕਦੇ ਹਾਂ? ਫਰਕ ਕਿਸੇ ਇੱਕ ਬੰਦੇ ਨੂੰ ਕੋਈ ਇਹੋ ਜਿਹੀ ਦਵਾਈ ਦੇ ਕੇ ਨਹੀਂ ਕਰ ਸਕਦੇ ਕਿ ਜਿੱਦਾਂ ਕਰੋਨਾ ਦਾ ਇੰਜੈਕਸ਼ਨ ਲੱਗ ਗਿਆ ਸਾਰਿਆਂ ਨੂੰ ਲਾ ਦਿਓ ਤੇ ਕਰੋਨਾ ਠੀਕ ਹੋ ਜਾਊਗਾ। ਇਹ ਇਹੋ ਜਿਹੀ ਬਿਮਾਰੀ ਹੈ ਜਿਹੜੀ ਸਾਨੂੰ ਇੰਜੈਕਸ਼ਨ ਲਾਉਣ ਨਾਲ, ਦਵਾਈਆਂ ਦੇਣ ਨਾਲ ਠੀਕ ਨਹੀਂ ਹੁੰਦੀ। ਇਹ ਆਪਣੇ ਨਿੱਜੀ ਤੌਰ ਤੇ ਸਾਨੂੰ ਨਿਰਣਾ ਲੈਣਾ ਪੈਣਾ ਹੈ, ਨਿੱਜੀ ਤੌਰ ਤੇ, ਚਾਹੇ ਅਸੀਂ ਕਿਸੇ ਵੀ ਜਗ੍ਹਾ ਤੇ, ਕਿਸੇ ਵੀ ਧਰਮ 'ਚ, ਕਿਸੇ ਵੀ ਫੀਲਡ ਦੇ ਵਿੱਚ, ਕਿਸੇ ਵੀ ਸੈਕਟਰ 'ਚ ਕੰਮ ਕਰ ਰਹੇ ਹਾਂ, ਉੱਥੇ ਜਿਹੜਾ ਮਰਦ ਪ੍ਰਧਾਨ ਜੋ ਸਾਡਾ ਸਮਾਜ ਹੈ, ਉਹਨੂੰ ਇਹ ਸੋਚਣਾ ਚਾਹੀਦਾ ਕਿ ਔਰਤ ਦੇ ਬਗੈਰ ਅਸੀਂ ਕੰਪਲੀਟ ਨਹੀਂ ਹਾਂ, ਪੂਰੇ ਨਹੀਂ ਹੋ ਸਕਦੇ, ਸਾਡਾ ਸਮਾਜ ਪੂਰਾ ਨਹੀਂ ਹੋ ਸਕਦਾ। ਜੇ ਅਸੀਂ ਵਧੀਆ ਦੇਸ਼ ਬਣਾਉਣਾ ਹੈ, ਵਧੀਆ ਸਮਾਜ ਬਣਾਉਣਾ, ਤੇ ਸਾਨੂੰ ਬਰਾਬਰੀ ਦੇ ਹੱਕ ਦੇ ਕੇ ਔਰਤ ਨੂੰ ਖੜਾ ਕਰਨ ਦੀ ਲੋੜ ਹੈ। ਤੇ ਹਰ ਜਗ੍ਹਾ ਦੇ ਉੱਤੇ, ਹਰ ਸੈਕਟਰ ਦੇ ਵਿੱਚ, ਉਹ ਚਾਹੇ ਉੱਥੇ ਕੋਈ ਜਿੰਨੀਆਂ ਵੀ, ਚਾਹੇ ਇੱਕ ਨੇ, 2 ਨੇ, 3 ਨੇ, ਕੋਈ ਗਿਣਤੀ ਜਿੰਨੀਆਂ ਵੀ ਔਰਤਾਂ ਆ, ਉਸ ਸੈਕਟਰ ਦੇ ਸੀਨੀਅਰਸ ਇਹ ਉਪਰਾਲਾ ਕਰ ਸਕਦੇ ਆ, ਘਰਾਂ ਦੇ ਵਿੱਚ ਮਾਪੇ ਇਹ ਉਪਰਾਲਾ ਕਰ ਸਕਦੇ, ਸਮਾਜ ਦੀਆਂ ਕਮਿਊਨਿਟੀਜ਼ ਇਹ ਉਪਰਾਲਾ ਕਰ ਸਕਦੀਆਂ, ਸਮਾਜ ਸੇਵੀ ਸੰਸਥਾਵਾਂ ਇਹ ਉਪਰਾਲਾ ਕਰ ਸਕਦੀਆਂ, ਠੀਕ ਹੈ। NGO ਜਿਹੜੀਆਂ ਹੈਗੀਆਂ ਉਹ ਇਹ ਉਪਰਾਲਾ ਕਰ ਸਕਦੀਆਂ, ਧਾਰਮਿਕ ਕਮੇਟੀਆਂ ਜਿਹੜੀਆਂ ਬਣੀਆਂ ਉਹ ਇਹ ਉਪਰਾਲਾ ਕਰ ਸਕਦੀਆਂ ਕਿ ਅਸੀਂ ਕਿਸੇ ਹਰ ਤਰੀਕੇ ਨਾਲ ਅਸੀਂ ਔਰਤ ਨੂੰ ਬਰਾਬਰ ਦੇ ਹੱਕ ਦੇਣੇ ਆ। ਸੋ ਮੇਰਾ ਅਗਲਾ ਸਵਾਲ ਸਿਸਟਰ ਰੀਟਾ ਸੁਬਰਾਏ ਜੀ ਦੇ ਲਈ। ਇਹ ਸਿਸਟਰ ਜੀ, ਤੁਸੀਂ ਦੱਸੋ ਕਿ ਇੱਕ ਮਾਂ ਨੂੰ ਕੀ ਰੋਲ ਪਲੇ ਕਰਨਾ ਚਾਹੀਦਾ ਕਿ ਉਹਦੀ ਬੱਚੀ ਜੇ ਅੱਗੇ ਜਾ ਕੇ ਤਰੱਕੀ ਵੱਲ ਨੂੰ ਜਾਵੇ, ਕਿਉਂਕਿ ਮਾਵਾਂ ਜ਼ਿਆਦਾ ਅਟੈਚ ਰਹਿੰਦੀਆਂ ਆਪਣੇ ਬੱਚੀਆਂ ਦੇ ਨਾਲ, ਲੜਕੀਆਂ ਦੇ ਨਾਲ। ਵੈਸੇ ਤਾਂ ਮਾਵਾਂ ਬਹੁਤ ਘੱਟ ਆ ਜਿਹੜਾ ਵਿਤਕਰਾ ਕਰਦੀਆਂ। ਹਾਂਜੀ, ਮਾਂ ਤਾਂ ਇੱਕ ਹੈ ਹੀ ਚੀਜ਼ ਅਲੱਗ ਆ, ਉਹਦੇ ਲਈ ਤਾਂ ਦੋਨੇ ਬੱਚੇ ਬਰਾਬਰ ਹੀ ਹੁੰਦੇ ਆ ਨਾ। ਫਿਰ ਵੀ ਜੇ ਮਾਂ, ਜੇ ਪਾਪਾ ਜਾਂ ਘਰ ਦੇ ਵੱਡੇ ਮਤਲਬ ਮਨਾ ਕਰਨ ਤੇ ਮਾਂ ਸਪੋਰਟ ਕਰ ਸਕਦੀ ਆ ਕਿ ਨਹੀਂ, ਇਹ ਵੀ ਅੱਗੇ ਵਧਣਾ ਚਾਹੀਦਾ, ਇਸ ਨੂੰ ਵੀ ਵਧਣਾ ਚਾਹੀਦਾ ਆ। ਉਹਦੇ ਲਈ ਮਤਲਬ ਗਾਈਡੈਂਸ ਚੰਗੀ ਵਧੀਆ ਦੇ ਸਕਦੀ ਆ, ਵਧੀਆ ਗਾਈਡੈਂਸ ਦੇ ਸਕਦੀ ਆ, ਤੇ ਵਧੀਆ ਤਰੀਕੇ ਨਾਲ, ਮਤਲਬ ਕਿ ਜੇ ਅੱਛੀ ਐਜੂਕੇਸ਼ਨ ਘਰੋਂ ਮਿਲਦੀ ਹੈ ਤੇ ਬੱਚਾ ਅੱਗੇ ਜਾ ਕੇ ਹਾਂ। ਔਰ ਮੈਂ ਇੱਕ ਗੱਲ ਹੋਰ ਕਹਾਂਗਾ ਕਿ ਸਾਨੂੰ ਜ਼ਿਆਦਾਤਰ ਅਸੀਂ ਆਪਣੀਆਂ ਕੋਸ਼ਿਸ਼ਾਂ ਤੇ ਕਰਦੇ ਹੀ ਰਹਿੰਦੇ, ਪਰ ਅਸੀਂ ਖੁਦਾ ਦੇ ਉਸ ਉਹਦੀ ਹੋਂਦ ਨੂੰ ਕਦੀ ਪਛਾਣਦੇ ਨਹੀਂ ਵੀ ਪ੍ਰਭੂ ਪਰਮੇਸ਼ਵਰ ਵੀ ਹੈ ਦੁਨੀਆ ਤੇ। ਮਤਲਬ ਸਾਨੂੰ ਇੱਕ ਇਹੋ ਜਿਹਾ ਬਚਪਨ ਤੋਂ ਲੈ ਕੇ ਸਾਨੂੰ ਇੱਕ ਇੱਦਾਂ ਦਾ ਪਰਿਵਾਰ ਰਚਣਾ ਚਾਹੀਦਾ ਜਿਹਦੇ ਵਿੱਚ ਖੁਦਾ ਦਾ ਖੌਫ ਹੋਵੇ, ਉਹਦਾ ਪਿਆਰ ਹੋਵੇ, ਉਹਦਾ ਵਚਨ ਹੋਵੇ, ਤਾਂ ਜੋ ਸਾਡੇ ਬੱਚੇ ਜਿਹੜੇ ਅੱਛੇ ਤਰੀਕੇ ਨਾਲ ਅੱਗੇ ਵੱਧ ਸਕਣ, ਖੁਦਾ ਦੇ ਭੈ ਮੰਨਦੇ ਹੋਏ ਸਹੀ ਰਸਤਿਆਂ ਤੇ ਚੱਲ ਸਕਣ। ਉਹ ਸਿਰਫ ਮਾਂ ਹੀ ਕਰ ਸਕਦੀ ਆ, ਚੰਗੇ ਸੰਸਕਾਰ ਦੇ ਸਕਦੀ ਹੈਗੀ ਆ, ਖੁਦਾ ਦੇ ਬਾਰੇ ਜਾਣੂ ਕਰਵਾ ਸਕਦੀ ਆ। ਜਿੱਦਾਂ ਹਰ ਰੋਜ਼ ਸ਼ਾਮ ਨੂੰ, ਸਵੇਰ ਨੂੰ ਦੁਆ ਪ੍ਰਾਰਥਨਾ ਕਰਨੀ, ਚਰਚ ਲੈ ਕੇ ਜਾਣਾ, ਇਹ ਸਾਰਾ ਕੁਝ ਮਾਂ ਜੇ ਸਿਖਾਵੇ ਤਾਂ ਬੱਚਾ ਸਿੱਖਦਾ ਹੈ। ਤੇ ਸਿਸਟਰ ਗੀਤੂ ਜੀ, ਮੈਂ ਤੁਹਾਡੇ ਤੋਂ ਵੀ ਜਾਣਨਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਕਿ ਅਸੀਂ ਸੰਡੇ ਚਰਚ ਜਾਂਦੇ ਹਾਂ, ਹੈ ਨਾ, ਸੰਡੇ ਸਰਮਨ ਹੁੰਦਾ ਹੈ, ਠੀਕ ਹੈ। ਸਰਮਨ ਵੀ ਕਈ ਤਰੀਕੇ ਦਾ ਹੁੰਦਾ, ਹਰ ਇੱਕ ਪ੍ਰੀਸਟ ਆਪਣੇ ਤਰੀਕੇ ਦੇ ਨਾਲ ਸਰਮਨ ਕਰਦਾ, ਤੇ ਉਸ ਤੋਂ ਬਾਅਦ ਮਤਲਬ ਕਿ ਸਰਮਨ ਦੇ ਵਿੱਚ ਵੀ ਅਸੀਂ ਕਈ ਚੀਜ਼ਾਂ ਸਿੱਖ ਸਕਦੇ ਹਾਂ ਜਾਂ ਕਈ ਸੰਦੇਸ਼ ਦੇ ਸਕਦੇ ਹਾਂ ਸਮਾਜ ਨੂੰ।
ਤੇ ਇਹ ਵੀ ਇੱਕ ਅਲੱਗ ਚੀਜ਼ ਹੈ। ਤੇ ਕਿਸ ਤਰ੍ਹਾਂ ਅਸੀਂ ਕੈਟੇਕਿਜ਼ਮ ਦੇ ਥਰੂ ਵੀ ਅਸੀਂ ਆਪਣੀਆਂ ਬੱਚੀਆਂ ਨੂੰ ਇੱਕ ਅੱਛੀ ਐਜੂਕੇਸ਼ਨ ਦੇ ਸਕਦੇ ਹਾਂ। ਤੁਸੀਂ ਇਸ ਗੱਲ ਤੇ ਚਾਨਣਾ ਪਾਓ ਕਿ ਕਿਹੜਾ ਇਹੋ ਜਿਹਾ ਕਿ ਕਿਹੜੇ ਉਪਰਾਲੇ ਕੀਤੇ ਜਾਣ ਕਿੱਥੇ, ਕਿਉਂਕਿ ਜੋ ਸਾਡੀ ਸੋਚ ਹੈ, ਸਾਨੂੰ ਤੋਂ ਹੁਣ ਜੋ ਮੇਨ ਕੁਝ ਚੀਜ਼ਾਂ ਨਜ਼ਰ ਆ ਰਹੀਆਂ ਅਸੀਂ ਉਹਦੇ ਬਾਰੇ ਦੱਸਿਆ। ਤੁਸੀਂ ਕੁਝ ਦੱਸੋ ਕਿ ਹੋਰ ਇਹਦੇ ਇਲਾਵਾ ਕੀ ਉਪਰਾਲੇ ਕੀਤੇ ਜਾਣ ਕਿ ਸਾਡੀਆਂ ਬੱਚੀਆਂ ਜਿਹੜੀਆਂ ਉਹ ਤਰੱਕੀ ਵੱਲ ਨੂੰ ਜਾਣ। ਜਿਸ ਤਰ੍ਹਾਂ ਸਰਮਨ ਦੇ ਵਿੱਚ ਸਾਨੂੰ ਬਾਈਬਲ ਦੇ ਕਾਫੀ ਸਾਰੇ ਕਰੈਕਟਰਸ ਆ ਲੇਡੀਜ਼ ਦੇ, ਜਿਹੜੇ ਮਤਲਬ ਕਿ ਘਰੇਲੂ ਨਹੀਂ, ਮਤਲਬ ਕਿ ਆਪਾਂ ਕਹਿ ਸਕਦੇ ਕਿ ਬਿਜ਼ਨਸ ਔਰਤਾਂ ਵੀ ਹੈਗੀਆਂ। ਜਿਸ ਤਰ੍ਹਾਂ ਲੁਦੀਆ ਹੈ ਨਾ, ਆਪਣਾ ਰਸੂਲਾਂ ਦੇ ਕਰਤੱਵ ਦੇ ਵਿੱਚ ਉਹ ਇੱਕ ਬੈਂਜਨੀ ਕੱਪੜਿਆਂ ਦੀ ਉਹ ਸੀਗੀ, ਬਿਜ਼ਨਸ ਵੂਮਨ ਸੀਗੀ। ਆਪਾਂ ਮਤਲਬ ਕਿ ਚਾਹੀਦਾ ਕਿ ਸਰਮਨ ਦੇ ਵਿੱਚ ਕਿ ਉਹਨਾਂ ਦੀ ਐਗਜ਼ਾਮਪਲਸ ਦਿੱਤੀ ਜਾਵੇ, ਤਾਂ ਕਿ ਸਾਡੀਆਂ ਕੁੜੀਆਂ ਨੂੰ ਪਤਾ ਲੱਗੇ ਕਿ ਹਾਂ ਬਾਈਬਲ 'ਚ ਵੀ ਕਿੰਨੇ ਉਸ ਟਾਈਮ ਜਦੋਂ ਮਤਲਬ ਲੇਡੀਜ਼ ਨੂੰ ਚੰਗਾ ਹੀ ਨਹੀਂ ਸਮਝਿਆ ਜਾਂਦਾ, ਉਸ ਟਾਈਮ ਉਹ ਬੈਂਜਨੀ ਕੱਪੜਿਆਂ ਦੀ ਇੱਕ ਬਿਜ਼ਨਸ ਵੂਮਨ ਸੀਗੀ ਔਰ ਪਰਮੇਸ਼ਵਰ ਦਾ ਭੈ ਰੱਖਣ ਵਾਲੀ ਔਰਤ ਸੀਗੀ ਉਹ, ਠੀਕ ਹੈ। ਔਰ ਬਹੁਤ ਜ਼ਿਆਦਾ ਮਤਲਬ ਕਿ ਇੱਕ ਵਧੀਆ ਲੇਡੀ ਸੀ। ਉੱਦਾਂ ਦੀਆਂ ਐਗਜ਼ਾਮਪਲਸ ਦਿੱਤੀਆਂ ਜਾਣ। ਇਸਥਰ ਰਾਣੀ ਦੀ ਐਗਜ਼ਾਮਪਲ ਦਿੱਤੀ ਜਾਵੇ, ਕਿੰਨੀ ਵਧੀਆ ਐਗਜ਼ਾਮਪਲ ਆ ਕਿ ਉਹਨੇ ਯਹੂਦੀਆਂ ਨੂੰ ਬਚਾਇਆ ਹੈ ਨਾ ਸਰਮਨ ਦੇ ਵਿੱਚ, ਤਾਂ ਕਿ ਉਹ ਹੋਰ ਵੀ ਉਤਸ਼ਾਹਿਤ ਹੋਣ ਕਿ ਅਗਰ ਉਹ ਇਸ ਤਰ੍ਹਾਂ ਕਰ ਸਕਦੇ ਆ ਤੇ ਮਤਲਬ ਸਾਡੀਆਂ ਕੁੜੀਆਂ ਵੀ ਕਰਨ। ਤੇ ਮਾਵਾਂ ਨੂੰ ਵੀ ਚਾਹੀਦਾ ਘਰ ਦੇ ਵਿੱਚ, ਜਿਸ ਤਰ੍ਹਾਂ ਮਰੀਅਮ ਮਗਦਲੀਨੀ, ਪਰਮੇਸ਼ਵਰ ਦਾ ਉਹਨੇ ਕਿੰਨਾ ਸਾਥ ਦਿੱਤਾ ਸ਼ੁਰੂ ਤੋਂ ਲੈ ਕੇ ਮਤਲਬ ਐਂਡ ਤੱਕ, ਸਲੀਬੀ ਯਾਤਰਾ ਤੱਕ ਮਰੀਅਮ ਮਗਦਲੀਨੀ ਨੇ ਪਰਮੇਸ਼ਵਰ ਦਾ ਸਾਥ ਦਿੱਤਾ। ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਦੇ ਕੇ ਖਾਸ ਕਰਕੇ ਮਾਂ ਨੂੰ ਕਿ ਮਤਲਬ ਘਰੋਂ ਹੀ, ਕਿਉਂਕਿ ਕੈਟੇਕਿਜ਼ਮ ਜਿਹੜੀ ਪਹਿਲਾਂ ਘਰੋਂ ਸ਼ੁਰੂ ਹੁੰਦੀ ਆ, ਬਾਅਦ ਚੋਂ ਬਾਹਰ ਜਾ ਕੇ, ਕਿਉਂਕਿ ਸਾਡਾ ਪਹਿਲਾ ਜਿਹੜਾ ਸਕੂਲ ਆ ਉਹ ਘਰ ਆ। ਤੇ ਮਾਵਾਂ ਨੂੰ ਚਾਹੀਦਾ ਕਿ ਬਾਈਬਲ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਲੇਡੀਜ਼ ਦੀਆਂ ਐਗਜ਼ਾਮਪਲਸ ਕੱਢ ਕੇ ਵਧੀਆ ਜਿਹੜੀਆਂ ਸਾਡੀਆਂ ਫੇਮਸ ਕੈਰੈਕਟਰਸ ਆ ਉਹ ਸਿਖਾਏ ਜਾਣ, ਕਿ ਮਤਲਬ ਇਸਥਰ ਰਾਣੀ ਬਾਰੇ ਦੱਸਿਆ ਜਾਵੇ, ਮਰੀਅਮ ਮਗਦਲੀਨੀ, ਫਿਰ ਲੁਦੀਆ ਬਾਰੇ ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਨੂੰ ਪਤਾ, ਕਿਉਂਕਿ ਜਿਹੜੀ ਲੁਦੀਆ ਸੀਗੀ, ਜਿਹੜੀ ਲੁਦੀਆ ਲੇਡੀ ਸੀ, ਜਿਹੜੀ ਜੋ ਫਿਲਿੱਪੀਆਂ ਦੀ ਜਿਹੜੀ ਯੂਰਪ ਦੀ ਸਾਡੀ ਕਲੀਸਿਆ ਉਹਦੇ ਤੋਂ ਬਣੀ ਸੀਗੀ। ਉਹ ਜਦੋਂ ਸਨ ਪੌਲੁਸ ਉਹਨਾਂ ਦੇ ਘਰ ਗਿਆ ਸੀ, ਉਹ ਲੁਦੀਆ ਤੋਂ ਹੀ ਬਣੀ ਸੀਗੀ, ਜਿਹੜੀ ਯੂਰਪ ਦੀ ਜਿਹੜੀ ਕਲੀਸਿਆ ਸੀਗੀ। ਇਸ ਤਰ੍ਹਾਂ ਦੀਆਂ ਐਗਜ਼ਾਮਪਲ ਦਿੱਤੀਆਂ ਜਾਣ ਤਾਂ ਕਿ ਸਾਡੇ ਮਤਲਬ ਕਿ ਕੁੜੀਆਂ ਹੋਰ ਵੀ ਅੱਗੇ ਵਧਣ। ਬਾਈਬਲ ਦੇ ਕਰੈਕਟਰ ਹੋਰ ਸਮਾਜ ਵਿੱਚ ਵੀ ਕਾਫੀ ਕਰੈਕਟਰ ਆ, ਜਿਸ ਤਰ੍ਹਾਂ ਸਾਡੀ ਇੰਦਰਾ ਗਾਂਧੀ ਪਹਿਲੀ ਪ੍ਰਧਾਨ ਮੰਤਰੀ, ਫਿਰ ਸਾਡੀ ਕਿਰਨ ਬੇਦੀ ਪਹਿਲੀ IPS ਆਫਿਸਰ। ਮਤਲਬ ਇਸ ਤਰ੍ਹਾਂ ਦੀ ਐਗਜ਼ਾਮਪਲਸ ਦੇ ਕੇ ਅਸੀਂ ਆਪਣੀਆਂ ਕੁੜੀਆਂ ਨੂੰ ਅੱਗੇ ਵਧਾ ਸਕਦੇ ਹਾਂ। ਜੀ ਔਰ ਰੂਹਾਨੀ ਤੌਰ ਤੇ ਵੀ ਹਾਂਜੀ, ਰੂਹਾਨੀ ਤੌਰ ਤੇ ਵੀ ਵਧਾ ਸਕਦੇ ਹਾਂ। ਤੇ ਸਾਡੇ ਆਪਣੇ ਪੰਜਾਬ ਦੇ ਵਿੱਚ ਹੀ ਜਿਸ ਤਰ੍ਹਾਂ ਅੰਜਲੀਨਾ ਬਰਾੜ ਦੀ ਐਡਵੋਕੇਟ ਆ, ਸਾਡੀ ਕ੍ਰਿਸਚੀਅਨ ਐਡਵੋਕੇਟ ਆ, ਸਾਡੇ ਲਈ ਪ੍ਰਾਊਡ। ਹਾਂਜੀ, ਸਾਡੇ ਲਈ ਪ੍ਰਾਊਡ ਆ, ਸਹੀ ਗੱਲ, ਸਾਡੇ ਲਈ ਮਾਣ ਆ ਇੱਕ, ਕਿ ਸਾਨੂੰ ਦੱਸਣਾ ਚਾਹੀਦਾ ਕਿ ਅਗਰ ਉਹ ਅੱਗੇ ਵੱਧ ਸਕਦੇ ਤਾਂ ਸਾਡੀਆਂ ਕੁੜੀਆਂ ਵੀ ਵੱਧ ਸਕਦੀਆਂ ਹੈ ਨਾ। ਤੇ ਸਾਡੀ ਸਿਸਟਰ ਅਰਪਨਾ CMC ਜਮਾਤ ਦੇ ਕਿੰਨੇ ਵਧੀਆ ਪ੍ਰਚਾਰਕ ਆ ਉਹ, ਤੇ ਪ੍ਰਚਾਰਕ ਵੀ ਬਣ ਸਕਦੀਆਂ ਸਾਡੀਆਂ ਕੁੜੀਆਂ, ਕਿਉਂਕਿ ਮਰੀਅਮ ਮਗਦਲੀਨੀ ਸਾਡੇ ਔਰਤਾਂ ਵਾਸਤੇ ਸਭ ਤੋਂ ਵੱਡੀ ਸੁਭਾਗੇ ਦੀ ਗੱਲ ਹੈ ਕਿ ਜਿਹੜੀ ਮਰੀਅਮ ਮਗਦਲੀਨੀ ਸੀ ਉਹ ਪਹਿਲੀ ਪ੍ਰਚਾਰਕ ਸੀਗੀ ਸਾਡੀ ਔਰਤਾਂ ਦੀ, ਕਿਉਂਕਿ ਪ੍ਰਭੂ ਯਿਸੂ ਨੇ ਜੀ ਉੱਠਣ ਤੋਂ ਬਾਅਦ ਉਹਨੂੰ ਦਰਸ਼ਨ ਦਿੱਤਾ ਸੀ ਅਤੇ ਕਿਹਾ ਸੀਗਾ ਕਿ ਜਾ ਕੇ ਦੱਸ ਕਿ ਮੈਂ ਜੀ ਉੱਠਿਆ। ਉਹ ਪਹਿਲੀ ਪ੍ਰਚਾਰਕ ਸੀਗੀ। ਤੇ ਇਸ ਤਰ੍ਹਾਂ ਦੀ ਐਗਜ਼ਾਮਪਲਸ ਦੇ ਕੇ ਸਾਨੂੰ ਆਪਣੀਆਂ ਕੁੜੀਆਂ ਨੂੰ ਅੱਗੇ ਵਧਾਉਣਾ ਚਾਹੀਦਾ, ਰੂਹਾਨੀ ਤੌਰ ਤੇ ਵੀ ਤੇ ਸਮਾਜਿਕ ਤੌਰ ਤੇ ਵੀ। ਇਸ ਪ੍ਰੋਗਰਾਮ ਦੇ ਵਿੱਚ ਸਿਸਟਰ ਜੀ ਤੁਸੀਂ ਆਏ ਔਰ ਇੰਨੇ ਅੱਛੇ ਵਿਚਾਰ ਸਾਨੂੰ ਦਿੱਤੇ, ਤੇ ਉਮੀਦ ਸਾਡੇ ਦਰਸ਼ਕਾਂ ਨੇ ਇਸ ਚੀਜ਼ ਦਾ ਫਾਇਦਾ ਵੀ ਉਠਾਇਆ ਹੋਵੇਗਾ। ਔਰ ਖਾਸ ਕਰਕੇ ਫਾਇਦਾ ਹੀ ਨਹੀਂ ਉਠਾਉਣਾ, ਅੱਜ ਅਸੀਂ ਪ੍ਰਣ ਕਰਨਾ ਹੈ, ਅਸੀਂ ਇਰਾਦਾ ਕਰਨਾ ਹੈ ਕਿ ਅਸੀਂ ਆਪਣੇ ਤੌਰ ਤੇ ਜੋ ਸਾਡੇ ਕੋਲੋਂ ਹੋਇਆ, ਅਸੀਂ ਆਪਣੀ ਲੜਕੀ, ਆਪਣੀ ਭੈਣ, ਆਪਣੀ ਪਤਨੀ ਜਾਂ ਆਪਣੀ ਮਾਂ ਜਾਂ ਕੋਈ ਵੀ, ਜਾਂ ਸਾਡੇ ਮਤਹਿਤ ਕੰਮ ਕਰਨ ਵਾਲੀਆਂ ਲੇਡੀਜ਼, ਅਸੀਂ ਉਹਨਾਂ ਨੂੰ ਉਹਨਾਂ ਦੀ ਬਣਦੀ ਇੱਜ਼ਤ ਕਿੱਦਾਂ ਦੇਣੀ ਹੈ, ਇਹਦਾ ਨਿਰਣਾ ਸਾਨੂੰ ਕਰਨਾ ਪਏਗਾ। ਔਰ ਇਸ ਪ੍ਰੋਗਰਾਮ ਨੂੰ ਮੈਂ ਇੱਕ ਵਾਰੀ ਫਿਰ ਤੋਂ ਕਹਿਣਾ ਕਿ ਤੁਸੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ, ਤਾਂ ਕਿ ਇਸ ਸਬਜੈਕਟ ਨੂੰ ਜਿਹੜਾ ਅਸੀਂ ਛੇੜਿਆ ਹੈ, ਲੋਕਾਂ ਤੱਕ ਇਹ ਗੱਲ ਪਹੁੰਚੇ ਕਿ ਸਾਡੇ ਕੀ ਫਰਜ਼ ਨੇ ਆਪਣੀਆਂ ਬੇਟੀਆਂ ਦੇ ਪ੍ਰਤੀ, ਆਪਣੀਆਂ ਭੈਣਾਂ ਦੇ ਪ੍ਰਤੀ। ਅਸੀਂ ਸਿਰਫ ਤੇ ਸਿਰਫ ਉਹਨਾਂ ਨੂੰ ਘਰ ਚੁੱਲ੍ਹੇ ਚੌਂਕੇ ਦੇ ਵਿੱਚ ਨਾ ਰੱਖੀਏ ਸੀਮਿਤ। ਅਸੀਂ ਅਗਰ ਅੱਛੇ ਸਮਾਜ ਦੀ ਸਿਰਜਣਾ ਕਰਨੀ ਹੈ ਤੇ ਸਾਨੂੰ ਇੱਕ ਬਰੋਡ ਮਾਈਂਡ ਸੋਚ ਰੱਖਣੀ ਪਏਗੀ, ਇੱਕ ਅੱਛੀ ਸੋਚ ਰੱਖਣੀ ਪਏਗੀ, ਤਾਂ ਜੋ ਸਾਡੀਆਂ ਜੋ ਫੀਮੇਲਸ ਹਨ, ਸਾਡੀਆਂ ਜੋ ਮਹਿਲਾਵਾਂ ਨੇ, ਉਹ ਆਪਣਾ ਬਣਦਾ ਹੱਕ ਲੈ ਸਕਣ। ਸੋ ਸਿਸਟਰ ਰੀਟਾ ਜੀ, ਸਿਸਟਰ ਰੀਟਾ ਬਰਾੜ ਜੀ, ਮੈਂ ਚਾਹੁੰਦਾ ਕਿ ਤੁਸੀਂ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰੋ, ਇੱਕ ਕੋਈ ਸੰਦੇਸ਼ ਇਹੋ ਜਿਹਾ ਦਿਓ ਕਿ ਦਰਸ਼ਕ ਜਾਣਨ ਕਿ ਸਾਡੀਆਂ ਜ਼ਿੰਮੇਵਾਰੀਆਂ ਕੀ ਹੈ। ਮੈਂ ਦਰਸ਼ਕਾਂ ਲਈ ਵੀ, ਉਸ ਤੋਂ ਪਹਿਲਾਂ ਮਹਿਲਾਵਾਂ ਲਈ ਸੰਦੇਸ਼ ਜੀ ਜ਼ਰੂਰ ਦਿਓ। ਮਹਿਲਾਵਾਂ, ਔਰਤਾਂ ਜੋ ਹਨ, ਬੇਟੀਆਂ ਜੋ ਹਨ, ਬੱਚੀਆਂ ਹਨ, ਮੈਂ ਇਹ ਕਹਾਂਗੀ ਕਿ ਸਭ ਤੋਂ ਪਹਿਲਾਂ ਸਾਨੂੰ ਇੱਕ ਪੋਜ਼ਿਟਿਵ ਸੋਚ ਰੱਖਣੀ ਚਾਹੀਦੀ। ਚਾਹੇ ਕੋਈ ਕੰਮਕਾਜੀ ਮਹਿਲਾ ਹੋਵੇ, ਚਾਹੇ ਕੋਈ ਅਨਮੈਰਿਡ ਗਰਲ ਚਾਈਲਡ ਹੈ, ਚਾਹੇ ਕੋਈ ਸ਼ਾਦੀशुदा ਔਰਤ ਹੈ, ਬੱਚਿਆਂ ਵਾਲੀ ਹੈ, ਫਿਰ ਵਿਡੋ ਵੀ ਹੈ, ਚਾਹੇ ਕੋਈ, ਹਾਂਜੀ,
ਹਰ ਪ੍ਰਕਾਰ ਦੀ ਔਰਤ, ਚਾਹੇ ਅਮੀਰ ਹੈ ਚਾਹੇ ਗਰੀਬ ਹੈ, ਕਿਸੇ ਵੀ ਤਰ੍ਹਾਂ ਦੀ ਹਰ ਪ੍ਰਕਾਰ ਦੀ ਔਰਤ ਜੋ ਹੈ, ਬੱਚੀ ਜੋ ਹੈ, ਸਭ ਤੋਂ ਪਹਿਲਾਂ ਆਪਣੇ ਅੰਦਰ ਇੱਕ ਪੋਜ਼ਿਟਿਵ ਐਟੀਟਿਊਡ ਹੋਵੇ। ਵੈਰੀ ਗੁੱਡ। ਸਭ ਤੋਂ ਪਹਿਲਾਂ ਇੱਕ ਪੋਜ਼ਿਟਿਵ ਐਟੀਟਿਊਡ ਹੋਵੇ, ਆਪਣੇ ਪ੍ਰਤੀ ਇੱਕ ਸੈਲਫ ਐਸਟੀਮ ਹੋਵੇ ਕਿ ਮੈਨੂੰ ਪਰਮੇਸ਼ਵਰ ਨੇ, ਪ੍ਰਮਾਤਮਾ ਨੇ ਬਣਾਇਆ ਤੇ ਮੈਂ ਉਹਦੀ ਇੱਕ ਰਚਨਾ ਹਾਂ ਜੀ। ਤੇ ਮੈਨੂੰ ਆਪਣੇ ਆਪ ਤੇ ਮਾਣ ਹੋਣਾ ਚਾਹੀਦਾ, ਕਿਉਂਕਿ ਪਰਮੇਸ਼ਵਰ ਨੇ ਮੈਨੂੰ ਬੜੇ ਪਿਆਰ ਨਾਲ ਇੱਕ ਸੁਪਨਾ ਰੱਖ ਕੇ ਪਰਮੇਸ਼ਵਰ ਨੇ ਬਣਾਇਆ ਹੈ। ਤੋ ਇੱਕ ਪੋਜ਼ਿਟਿਵ ਐਟੀਟਿਊਡ ਆਪਣੇ ਪ੍ਰਤੀ ਰੱਖਦੇ ਹੋਏ ਤਰੱਕੀ ਕਰਨ ਦੇ ਲਈ ਔਰ ਪਰਮੇਸ਼ਵਰ ਦੀ ਦਿੱਤੀ ਹੋਈ ਉਸ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜੀਣ ਦੇ ਲਈ ਔਰ ਆਪਣਾ ਮੈਕਸਿਮਮ ਔਰ ਬੈਸਟ ਅਚੀਵ ਕਰਨ ਦੇ ਲਈ ਉਹ ਆਪਣੀ ਕੋਸ਼ਿਸ਼ ਕਰੇ ਔਰ ਆਪਣੇ ਫਰਜ਼ ਵੀ ਪੂਰੇ ਕਰੇ। ਔਰ ਇੱਕ ਔਰਤ ਜੋ ਹੈ ਉਹ ਬਾਕੀ ਔਰਤਾਂ ਦੇ ਪ੍ਰਤੀ ਖਾਸ ਕਰਕੇ ਇੱਕ ਪੋਜ਼ਿਟਿਵ ਐਟੀਟਿਊਡ ਰੱਖੇ। ਇੱਕ ਸੱਸ ਹੈ ਤਾਂ ਆਪਣੀ ਨੂੰਹ ਦੇ ਪ੍ਰਤੀ, ਔਰ ਇੱਕ ਨੂੰਹ ਹੈ ਤਾਂ ਆਪਣੀ ਸੱਸ ਦੇ ਪ੍ਰਤੀ। ਹਰ ਔਰਤ ਮਤਲਬ ਇੱਕ ਭੈਣ ਹੈ ਤਾਂ ਆਪਣੇ ਭੈਣ ਦੇ ਪ੍ਰਤੀ। ਇੱਕ ਔਰਤ ਦੇ ਪ੍ਰਤੀ ਇੱਕ ਬਹੁਤ ਪੋਜ਼ਿਟਿਵ ਐਟੀਟਿਊਡ ਰੱਖਦੇ ਹੋਏ ਇਹ ਜੋ ਅੱਧੀ ਆਬਾਦੀ ਹੈ ਆਪਣੇ ਆਪ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੇ। ਜੇ ਸਾਰੀ ਦੁਨੀਆ ਵੀ ਸਾਡੀ ਦੁਸ਼ਮਣ ਹੋ ਜਾਏ ਪਰ ਅਸੀਂ ਆਪ ਆਪਣੀ ਅੱਧੀ ਆਬਾਦੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੀਏ। ਬਹੁਤ ਵਧੀਆ। ਇਹੀ ਮੇਰਾ ਆਖਰੀ ਸੰਦੇਸ਼ ਹੈ। ਬਹੁਤ ਅੱਛਾ ਜੀ। ਪਿਆਰੇ ਦਰਸ਼ਕੋ, ਤੁਸੀਂ ਸੁਣਿਆ ਕਿ ਸਾਡੀਆਂ ਭੈਣਾਂ ਨੇ ਇੱਥੇ ਆ ਕੇ ਆਪਣੀਆਂ ਭੈਣਾਂ ਦੇ ਬਾਰੇ ਜੋ ਵਿਚਾਰ ਰੱਖੇ ਨੇ ਔਰ ਉਹਨਾਂ ਦੀ ਤਰੱਕੀ ਬਾਰੇ ਜੋ ਸੋਚ ਰੱਖਦੀਆਂ ਨੇ ਉਹ ਤੁਹਾਡੇ ਨਾਲ ਸਾਂਝੀ ਕੀਤੀ ਤੇ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਔਰ ਇਸ ਪ੍ਰੋਗਰਾਮ ਨੂੰ ਅਸੀਂ ਇਸ ਤਰ੍ਹਾਂ ਜਾਰੀ ਰੱਖਾਂਗੇ ਕਿਉਂਕਿ ਆਉਣ ਵਾਲੇ ਐਪੀਸੋਡ ਜਿਹੜੇ ਆ ਉਹਦੇ ਵਿੱਚ ਅਸੀਂ ਕੁਝ ਕਾਨੂੰਨੀ ਗੱਲਾਂ ਬਾਤਾਂ ਵੀ ਕਰਾਂਗੇ। ਸਾਡੇ ਐਕਸਪਰਟਸ ਸਿਸਟਰਸ ਹੋਣਗੀਆਂ ਤੇ ਮਹਿਲਾਵਾਂ ਦੇ ਬਾਰੇ ਜੋ ਵੀ ਸਾਡੇ ਕੋਲੋਂ ਕਿ ਉਪਰਾਲੇ ਜੋ ਕਰਨੇ ਚਾਹੀਦੇ ਨੇ ਉਹਨਾਂ ਦੇ ਬਾਰੇ ਆਪਾਂ ਡਿਸਕਸ਼ਨ ਕਰਾਂਗੇ ਤੇ ਇਸੇ ਤਰ੍ਹਾਂ ਇਹ ਪ੍ਰੋਗਰਾਮ ਚੱਲਦਾ ਰਹੇਗਾ। ਤੇ ਸਿਸਟਰ ਜੀ, ਤੁਸੀਂ ਇੱਥੇ ਆ ਕੇ ਸਾਡੇ ਦਰਸ਼ਕਾਂ ਦੇ ਨਾਲ ਇੰਨੀਆਂ ਅੱਛੀਆਂ ਗੱਲਾਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਤੇ ਇੱਕ ਵਾਰੀ ਫਿਰ ਤੋਂ ਮੈਂ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ, ਕਿਉਂਕਿ ਅੱਜ ਕੱਲ੍ਹ ਕਿਸੇ ਕੋਲ ਸਮਾਂ ਨਹੀਂ ਹੈ ਕਿ ਕਿਸੇ ਦੇ ਲਈ ਕੱਢਿਆ ਜਾਵੇ, ਪਰ ਤੁਸੀਂ ਆਪਣੀਆਂ ਭੈਣਾਂ ਦੇ ਲਈ ਇੰਨਾ ਕੀਮਤੀ ਸਮਾਂ ਆਪਣਾ ਛੱਡ ਕੇ ਤੁਸੀਂ ਅੱਜ ਇੱਥੇ ਸਾਡੇ ਸਟੂਡੀਓ 'ਚ ਆਏ ਤੇ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਪਿਆਰੇ ਦਰਸ਼ਕੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮਸਲੇ ਜੀਵਨ ਦੇ, ਔਰ ਖਾਸ ਕਰਕੇ ਅਸੀਂ ਗੱਲਬਾਤ ਕਰ ਰਹੇ ਸੀ ਸਾਡੀਆਂ ਭੈਣਾਂ ਦੇ ਬਾਰੇ, ਉਹਨਾਂ ਦੀਆਂ ਸਮੱਸਿਆਵਾਂ ਦੇ ਬਾਰੇ ਤੇ ਅਸੀਂ ਇਹਨਾਂ ਸਮੱਸਿਆਵਾਂ ਦੇ ਉੱਤੇ ਕਿੱਦਾਂ ਜਿੱਤ ਪਾ ਸਕਦੇ ਹਾਂ ਤੇ ਕਿੱਦਾਂ ਅਸੀਂ ਅੱਗੇ ਵੱਧ ਸਕਦੇ ਹਾਂ ਔਰ ਬਰਾਬਰੀ ਦਾ ਅਧਿਕਾਰ ਦੇ ਕੇ ਆਪਣੀਆਂ ਲੜਕੀਆਂ ਨੂੰ ਆਪਣੇ ਸਮਾਜ ਵਿੱਚ ਬਰਾਬਰ ਦਾ ਹੱਕ ਦੇ ਕੇ, ਬਰਾਬਰ ਦੇ ਹੱਕਾਂ ਦੇ ਨਾਲ ਉਹਨਾਂ ਨੂੰ ਅਸੀਂ ਨਵਾਜ਼ ਕੇ ਤੇ ਕਿਸ ਤਰ੍ਹਾਂ ਇੱਕ ਸੁੰਦਰ ਸਮਾਜ ਦੀ ਰਚਨਾ ਕਰ ਸਕਦੇ ਹਾਂ। ਸੋ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਮਿਲਾਂਗੇ ਅਸੀਂ ਅਗਲੇ ਐਪੀਸੋਡ ਦੇ ਵਿੱਚ ਇੱਕ ਨਵੇਂ ਸਬਜੈਕਟ ਨਾਲ, ਤੇ ਤਦ ਤੱਕ ਦੇਖਦੇ ਰਹੋ ਪ੍ਰਾਰਥਨਾ ਭਵਨ ਟੀਵੀ। ਸਾਰਿਆਂ ਨੂੰ ਜੈ ਯਿਸੂ ਮਸੀਹ ਦੀ।